ਪਹਿਲਾਂ ਤਾਂ ਅਸੀਂ ਹਮੇਸ਼ਾ ਦੇਖਿਆ ਸੀਗਾ ਕਿ ਕੋਈ ਵੀ ਧਰਨਾ ਹੋਵੇ, ਰੋਸ ਮੁਜ਼ਾਹਰਾ ਹੋਵੇ, ਸਾਨੂੰ ਸਾਡੇ ਚਿੱਟੇ ਦਾੜਿਆਂ ਵਾਲੇ ਵਿਚਾਰੇ ਬਜ਼ੁਰਗ ਹੀ ਨਜ਼ਰ ਆਉਂਦੇ ਸੀ, ਤੇ ਹੁਣ ਸਾਨੂੰ ਬਜ਼ੁਰਗ ਤਾਂ ਕਿਤੇ ਕਿਤੇ ਨਜ਼ਰ ਆਉਂਦੇ, ਨੌਜਵਾਨ ਹਰ ਪਾਸੇ ਆ ਗਏ ਜੀ। ਹੁਣ ਪਿੰਡਾਂ 'ਚੋਂ ਸਭ ਆ ਗਏ। ਹੁਣ ਬਸ ਇਹੀ ਆਹੋ ਆ ਵੀ ਸਾਡਾ ਜਿਹੜੀ ਇਹ ਉਹ ਕਰੀ ਜਾਂਦਾ ਨਾ ਜੀ, ਹੈਰਾਨ ਕਰੀ ਜਾਂਦਾ, ਇੱਕ ਪਾਸਾ ਹੋ ਕੇ ਹੀ ਸਰੂਗਾ ਜੀ। ਹੁਣ ਮੋਰਚਿਆਂ ਨੂੰ ਲੈ ਕੇ, ਕਿਉਂਕਿ ਮੋਰਚਿਆਂ ਨੂੰ ਬੜੇ ਤਰੀਕੇ ਦੇ ਨਾਲ ਤਾਰੋਪੀੜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਲੀਅਰ ਕਹਿ ਦਿੱਤਾ ਆ ਯੈਸ ਔਰ ਨੋ 'ਚ ਸਾਨੂੰ ਜਵਾਬ ਚਾਹੀਦਾ ਹੈ, ਪਰ ਮੋਦੀ ਸਰਕਾਰ ਅਮੈਂਡਮੈਂਟ ਤੇ ਅੜੀ ਹੋਈ ਹੈ। ਕੀ ਕਹੋ? ਕੁਝ ਕਰੋ, ਮੈਂ ਤੁਹਾਨੂੰ ਕਹਾਂ ਕਿ ਆਹ ਚੀਜ਼ ਲੈ ਲਓ, ਤੁਸੀਂ ਕਹੋ ਮੈਨੂੰ ਫਿੱਟ ਨਹੀਂ, ਮੈਂ ਧੱਕੇ ਨਾਲ ਕਹਾਂ ਨਹੀਂ ਵੀਰ ਜੀ ਇਹ ਤੁਹਾਡਾ ਅਖੰਡ ਬਾਣੀ ਚੈਨਲ ਵਾਸਤੇ ਫਾਇਦਾ ਹੋਊ, ਤੁਹਾਡਾ ਪਰਸਨਲੀ ਫਾਇਦਾ ਹੋਊ, ਤੁਹਾਡਾ ਪਰਿਵਾਰ ਲਈ ਫਾਇਦਾ ਹੋਊ। ਤੁਸੀਂ ਮੈਨੂੰ ਕਹੋ ਨਹੀਂ ਫਾਇਦਾ, ਮੈਂ ਜੇ ਧੱਕੇ ਨਾਲ ਠੋਸੂੰ ਉਸ ਦਾ ਕੀ ਫਾਇਦਾ? ਉਹੀ ਗੱਲ ਅੱਜ ਹੋਈ ਵੀ ਆ। ਇੱਕੋ ਹੀ ਮੈਸੇਜ ਵਿੱਚ ਸਾਰਾ ਕੁਝ ਆਉਂਦਾ ਕਿ ਜਿਹੜੀ ਚੀਜ਼ ਕਿਸਾਨਾਂ ਨੂੰ ਨਹੀਂ ਫਿੱਟ ਉਹ ਧੱਕੇ ਨਾਲ ਕਿਉਂ ਠੋਸੀ ਜਾ ਰਹੀ ਹੈ। ਠੋਸੀ ਤਾਂ ਜਾ ਰਹੀ ਆ ਉਸ ਦੇ ਆਪਣੇ ਬਸ ਕੁਝ ਨਹੀਂ, ਕਿਉਂਕਿ ਅਡਾਨੀ ਅਬਾਨੀਆਂ ਨੂੰ ਉਹ ਵਿਕਿਆ ਹੋਇਆ। ਮੋਦੀ ਨੇ ਐਲਾਨ ਕੀਤਾ ਕਿ 18,000 ਕਰੋੜ ਰੁਪਈਆ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਟ੍ਰਾਂਸਫਰ ਕਰੂਗਾ, ਤੇ ਇਹ ਮੂੰਹ ਆਪਣਾ ਕਿਸੇ ਹੋਰ ਪਾਸੇ ਨੂੰ ਕਰਕੇ ਤੁਰ ਕੇ ਦੂਜੇ ਪਾਸੇ ਦੇ ਕਿਸਾਨ ਕਿਉਂ ਮਨਾਉਣ ਤੁਰਿਆ ਹੈ? ਕਿਉਂਕਿ ਇਹਨੂੰ ਚਾਹੀਦੀ ਹੈ ਵੀ ਅਸੀਂ ਇੱਧਰ ਧਿਆਨ ਨਹੀਂ ਦੇਣਾ। ਉਹ ਕਹਿੰਦੇ ਮੀਡੀਆ ਵੀ ਧਿਆਨ ਹੈ, 80% ਮੀਡੀਆ ਮੈਂ ਸ਼ਰੇਆਮ ਕਹਿ ਰਿਹਾ ਵੀ ਵਿਕਿਆ ਹੋਇਆ। ਜਿਹੜਾ ਵੀ ਕੋਈ ਮੀਡੀਆ ਅਸੀਂ ਗੱਲ ਨਹੀਂ ਕਰਦੇ, ਕਿਉਂ ਨਹੀਂ ਕਰਦੇ? ਸਾਨੂੰ ਪਤਾ ਵੀ ਵਿਕਿਆ ਹੋਇਆ। ਅੱਜ ਤੱਕ ਕਰਦੇ ਸਪੈਸ਼ਲੀ ਗੱਲ ਨਹੀਂ ਕਰਦੇ, ਸਾਰਿਆਂ ਨੂੰ ਪਤਾ ਵੀ ਉਹ ਵਿਕਿਆ ਹੋਇਆ। ਉਹਨੇ ਧਿਆਨ ਦੇਣਾ ਹੀ ਨਹੀਂ, ਉਹਨੂੰ ਲੋੜ ਕੀ ਆ? ਉਹਦਾ ਆਪਦਾ ਤੋਰੀ ਫਿਰਕਾ ਚੱਲ ਰਿਹਾ, ਸਾਡਾ ਨਹੀਂ ਨਾ ਚੱਲ ਰਿਹਾ। ਅਸੀਂ ਤਾਂ ਕਰਕੇ ਆਏ ਆ, ਸਾਨੂੰ ਚਾਹੀਦੀ ਹੈ ਇਹੋ ਜਿਹਾ ਕੁਝ। ਇਹ ਸਾਨੂੰ ਕਹਿੰਦੇ ਆ ਤੁਹਾਡੇ ਲਈ ਸੰਵਿਧਾਨ ਇਹੋ ਜਿਹਾ ਬਣਾਇਆ, ਸਾਡੇ ਲਈ ਸੰਵਿਧਾਨ ਹੋਰ ਆ, ਅਮੀਰ ਲੋਕਾਂ ਲਈ ਸੰਵਿਧਾਨ ਹੋਰ ਆ। ਨਾਲੇ ਆਰਟੀਕਲ 246 ਦੇ ਤਹਿਤ ਇਹ ਖੇਤੀਬਾੜੀ ਦੇ ਅਧੀਨ ਕੋਈ ਰੂਲ ਬਣਾ ਹੀ ਨਹੀਂ ਸਕਦੇ। ਕਿਵੇਂ ਬਣਾ ਰਹੇ ਨੇ ਇਹ ਸਾਨੂੰ ਚਾਹੀਦਾਗਾ। ਇਸ ਕਰਕੇ ਅਸੀਂ ਆਏ ਆ। ਇਹਨਾਂ ਤੋਂ ਚਾਹੀਦਾ ਨਹੀਂ, ਇਹ ਸਾਡੇ ਬਜ਼ੁਰਗਾਂ ਨੂੰ ਨਹੀਂ ਪਤਾ, ਸਾਨੂੰ ਪਤਾ, ਨੌਜਵਾਨ ਪੀੜ੍ਹੀ ਨੂੰ। ਅਸੀਂ ਅੱਗੇ ਵੀ ਦੱਸਣਾਗਾ ਆਰਟੀਕਲ 246 ਦੇ ਤਹਿਤ ਇਹ ਬਣਾ ਨਹੀਂ ਸਕਦੇ, ਇਹ ਪੜ੍ਹਨ। ਮੋਦੀ ਮੈਂ ਮੂੰਹ ਤੇ ਕਹਿਣਾ ਅਨਪੜ੍ਹ ਹੈ, ਤਾਂ ਇਸ ਕਰਕੇ ਸਾਥੋਂ ਸਿੱਖਿਆ ਵੀ ਲਵੇ। ਹੁਣ ਕੀ ਲੱਗਦਾ ਤੁਹਾਨੂੰ ਕਿ ਮੋਦੀ ਸਰਕਾਰ ਸ਼ਾਖ ਕਿੱਦਾਂ ਆਪਣੀ ਬਚਾਊਗੀ? ਕਿਉਂਕਿ ਉਹਨਾਂ ਨੇ ਕਹਿ ਤਾ ਵੀ ਡੱਬਾ ਖਾਲੀ ਕਰਕੇ ਸਾਨੂੰ ਖਾਲੀ ਡੱਬਾ ਦੇ ਦਿਓ, ਅਸੀਂ ਖਾਲੀ ਡੱਬਾ ਵੀ ਉਹਨਾਂ ਦੇ ਹੱਥ 'ਚ ਨਹੀਂ ਛੱਡਣਾ। ਤੇ ਜੇ ਖਾਲੀ ਡੱਬਾ ਅਸੀਂ ਉਹਨਾਂ ਦੇ ਹੱਥ 'ਚ ਨਹੀਂ ਛੱਡਦੇ ਤਾਂ ਮੋਦੀ ਸਰਕਾਰ ਖਤਮ ਹੈ, ਬੀਜੇਪੀ ਖਤਮ ਹੈ, ਮੋਦੀ ਖਤਮ ਹੈ, ਵਜੂਦ ਖਤਮ ਹੈ ਇਹਨਾਂ ਦਾ। ਵੀ ਉਰੇ CRPF ਬੜੀ ਲਾਤੀ ਜੀ, ਪੁਲਿਸ ਬੜੀ ਲਾਤੀ, ਲਾਠੀ ਚਾਰਜ ਹੋ ਗਿਆ। ਮਨਜਿੰਦਰ ਸਿਰਸਾ ਵੀ ਕਹਿ ਰਿਹਾ ਸੀ ਉਰੇ 600 ਟਰਾਲੀਆਂ ਰੋਕੀਆਂ ਸੀਗੀਆਂ, ਮੈਂ ਛਡਾ ਕੇ ਲੈ ਕੇ ਆਇਆ, ਲਾਠੀ ਚਾਰਜ ਹੋਇਆ। ਬੜੀਆਂ ਚੀਜ਼ਾਂ ਇਹੋ ਜਿਹੀਆਂ ਪ੍ਰਚਾਰੀਆਂ ਜਾ ਰਹੀਆਂ ਨੇ। ਸਿਰਸਾ ਕੌਣ ਆ, ਕਿੱਥੋਂ ਹੈਗਾ, ਉਹ ਸਾਰੀ ਦੁਨੀਆ ਜਾਣਦੀ ਹੈ। ਹੁਣ ਇਹ ਆਪਦੇ ਸਟੰਟਬਾਜ਼ੀਆਂ ਚੱਲ ਰਹੀਆਂ ਇਹਨਾਂ ਦੀਆਂ। ਇਹ ਚਾਹੁੰਦੇ ਵੀ ਕਿਸੇ ਨਾ ਕਿਸੇ ਹਿਸਾਬ ਨਾਲ ਇਹ ਅੰਦੋਲਨ ਹੈ ਜਿਹੜਾ ਸ਼ੁਰੂ ਹੋਇਆ ਹੈਗਾ, ਇਹ ਅਗਸਤ ਤੋਂ ਸ਼ੁਰੂ ਹੋ ਰਿਹਾ ਹੈਗਾ। ਇਹਨਾਂ ਨੂੰ ਐਸੀ ਮਹੀਨਾ 2 ਮਹੀਨਾ ਚਲੋ ਚੱਲੂ। ਜਦੋਂ ਇਹ ਦਿੱਲੀ ਨੂੰ ਆ ਗਏ, ਕਿੰਨਾ ਕੁ ਰਸ਼ ਨੂੰ ਇਹਨਾਂ ਕੋਲੇ, ਚਲੋ ਜੀ ਹਫ਼ਤੇ 10 ਦਿਨ ਬਾਅਦ ਉਹ ਮਹੀਨੇ ਬਾਅਦ ਮੁੜ ਗਏ। ਇਹਨਾਂ ਨੇ ਦੇਖ ਲਾ ਪੱਕੇ ਡੇਰੇ ਲਾ ਲਏ, ਇਹਦੋਂ ਇਹਨੇ ਪਾਣੀ ਦੀਆਂ ਵਿਛਾੜਾਂ, ਪੱਥਰ ਧਰਤੇ, ਕੀ ਕੁਛ ਨਹੀਂ ਇਹਨਾਂ ਨੇ ਕਰਕੇ ਦੇਖਿਆ। ਰੋਕ ਸਾਹਿਬ ਆਏ ਆ ਜਿਹੜੀ ਨੌਜਵਾਨੀ ਕਹਿੰਦੇ ਸਾਡੀ ਨਸ਼ਿਆਂ 'ਚ ਆ, ਇਹੀ ਨੌਜਵਾਨੀ ਨੇ ਚੱਕੇ ਨੇ। ਕਿਉਂ ਨਹੀਂ ਕਰ ਸਕਦੇ? ਸਭ ਕੁਝ ਕਰਾਂਗੇ। ਜਿਹੜਾ ਇਹ ਚੱਲਦੇ ਨਾ ਗੋਦੀ ਮੀਡੀਆ ਦਾ, ਇਹ ਗੋਦੀ ਮੀਡੀਆ ਵੀ ਜਿਹੜਾ ਵਿਕਿਆ ਹੋਇਆ, ਇਹਨੂੰ ਵੀ ਅਸੀਂ ਬੰਦ ਕਰਾਂਗੇ। ਇਹਦੇ ਨਾਲ ਹੁਣ ਗੱਲ ਨਹੀਂ ਕਰ ਰਿਹਾ ਕੋਈ। ਕਿਉਂ ਨਹੀਂ ਕਰ ਰਿਹਾ? ਕਿਉਂਕਿ ਪਤਾ ਸਿਰਫ ਹਰ ਮੋਦੀ ਕਰ ਮੋਦੀ, ਆਹੀ ਕੰਮ ਆ, ਦੂਜਿਆਂ ਨੂੰ ਕੰਮ ਹੀ ਨਹੀਂ ਕੋਈ। ਤੇ ਇਹ ਸਾਡੀਆਂ ਜ਼ੱਦੀ ਜ਼ਮੀਨਾਂ ਜੋ ਹੈ ਨੇ, ਇਸ ਦੇ ਉੱਤੇ ਕੋਈ ਅੰਬਾਨੀ, ਕੋਈ ਅਡਾਨੀ ਆ ਕੇ ਕਦੇ ਵੀ ਕਬਜ਼ਾ ਨਹੀਂ ਕਰ ਸਕਦਾ, ਕਦੇ ਕਾਬਜ਼ ਨਹੀਂ ਹੋ ਸਕਦਾ। ਦਿੱਲੀ ਦੀ ਹਿੱਕ ਤੇ ਇਹ ਮੋਰਚੇ ਲੱਗੇ ਨੇ ਤੇ ਉਦੋਂ ਤੱਕ ਲੱਗੇ ਰਹਿਣਗੇ ਜਦੋਂ ਤੱਕ ਇਹ ਸਰਕਾਰ ਹੁਣ ਸਿਰ ਨਹੀਂ ਝੁਕਾਉਂਦੀ। ਕਿਉਂਕਿ ਤੁਸੀਂ ਗੋਡਿਆਂ ਤੇ ਤਾਂ ਆ ਹੀ ਗਏ ਹੋ, ਹੱਥ ਵੀ ਤੁਸੀਂ ਜੋੜ ਲਏ ਆ, ਪਰ ਕਹਿੰਦੇ ਨੇ ਰੱਸੀ ਸੜ ਗਈ ਆ, ਬਲ ਨਹੀਂ ਗਿਆ, ਸਿਰ ਝੁਕਾਉਣ ਨੂੰ ਤਿਆਰ ਨਹੀਂ ਹੋ। ਪਰ ਅਸੀਂ ਸਿਰ ਝੁਕਾਏ ਬਿਨਾ ਇੱਥੋਂ ਜਾਣਾ ਨਹੀਂ। ਹਰ ਕਿਸੇ ਨੇ ਉਹੀ ਫੈਸਲਾ ਕੀਤਾ ਆ। ਪਹਿਲਾਂ ਤਾਂ ਮੈਂ ਇਹ ਪੁੱਛਾਂ, ਪੁੱਤ ਉਮਰ ਕਿੰਨੀ ਹੈ ਤੇਰੀ? 14 ਸਾਲ ਦਾ ਜੀ। ਦਿੱਲੀ ਕਿਉਂ ਆਇਆ? ਆਪਦੇ ਹੱਕ ਵਾਪਸ ਲੈਣ ਵਾਸਤੇ। ਕਿਹੜੇ ਹੱਕ ਨੇ? ਜਿਹੜੇ ਮੋਦੀ ਨੇ ਕਾਲੇ ਕਾਨੂੰਨ ਕੀਤੇ ਆ, ਉਹਨਾਂ ਉਹ ਹੱਕ ਵਾਪਸ ਲੈਣ ਵਾਸਤੇ। ਕਾਲੇ ਕਾਨੂੰਨਾਂ ਵਿੱਚ ਕੀ ਤੈਨੂੰ ਇਦਾਂ ਦਾ ਲੱਗਦਾ ਕਿ ਦਿੱਲੀ ਇੰਨੇ ਸਾਰਾ ਪੰਜਾਬ ਉੱਠ ਕੇ ਦਿੱਲੀ ਆ ਗਿਆ? ਕੀ ਲੱਗਦਾ ਕੀ ਸਾਨੂੰ ਕੀ ਡਰ ਆ ਕਾਲੇ ਕਾਨੂੰਨਾਂ ਤੋਂ? ਇਹ ਸਾਡੇ ਜ਼ਮੀਨਾਂ ਖੋਹਣ ਨੂੰ ਫਿਰਦੇ ਆ। ਜ਼ਮੀਨ ਸਾਡੀ ਮਾਂ। ਹੁਣ ਮੈਂ ਉਮੀਦ ਕਰਦਾ ਵੀ ਜੇਕਰ ਮੋਦੀ ਕੈਬਨਿਟ ਦਾ ਕੋਈ ਵੀ ਇਸ ਬੱਚੇ ਦੀ ਗੱਲ ਸੁਣ ਰਿਹਾ ਹੋਊਗਾ ਨਾ, ਤਾਂ ਘੱਟੋ ਘੱਟ ਸੁਣ ਲਓ ਕਿ ਪੰਜਾਬ ਦੇ ਕਿਸਾਨ ਵਾਸਤੇ ਜ਼ਮੀਨ ਸਿਰਫ ਖੇਤੀ ਦਾ ਇੱਕ ਜ਼ਰੀਆ ਨਹੀਂ ਹੈ, ਕਮਾਈ ਦਾ ਇੱਕ ਜ਼ਰੀਆ ਨਹੀਂ ਹੈ। ਹਰ ਕਿਸਾਨ, ਪੰਜਾਬ ਦਾ ਹਰ ਬੱਚਾ ਜਿਹਦੇ ਨਾਮ ਤੇ ਇੰਚ ਵੀ ਜ਼ਮੀਨ ਹੈ ਨਾ, ਉਹ ਉਸ ਜ਼ਮੀਨ ਨੂੰ ਆਪਣੀ ਮਾਂ ਸਮਝਦਾ ਹੈ। ਤੇ ਜੇਕਰ ਤੁਸੀਂ ਕਿਸੇ ਦੀ ਮਾਂ ਤੇ ਹੱਥ ਪਾਉਣ ਜਾਓਗੇ ਨਾ, ਤਾਂ ਫਿਰ ਉਸ ਦਾ ਹਸ਼ਰ ਕੀ ਹੁੰਦਾ ਹੈ, ਉਸ ਦੀ ਗਵਾਹੀ ਦੁਨੀਆ ਭਰਦੀ ਹੈ। ਤੇ ਤੁਸੀਂ ਉਹ ਹਰਕਤ ਕਰ ਚੁੱਕੇ ਹੋ। ਵੀ ਸਾਡੇ ਬਿੱਲ ਵਾਪਸ ਕਰ ਦਿਓ, ਨਹੀਂ ਅਸੀਂ ਦਿੱਲੀ ਦੀ ਹਿੱਕ ਤੇ ਪੈਰ ਧਰ ਲੈਣਾ ਨਵੇਂ ਸਾਲ ਤੇ। ਨਵੇਂ ਸਾਲ ਤੇ ਦਿੱਲੀ ਦੀ ਹਿੱਕ ਤੇ ਅਸੀਂ ਪੈਰ ਧਰ ਦੇਣਾ ਆ। ਬਿੱਲ ਨਹੀਂ ਤਾਂ ਕਰ ਦਿਓ ਤੁਸੀਂ ਰੱਦ।
ਮਤਲਬ ਅਲਟੀਮੇਟਮ ਇੱਕ 14 ਸਾਲ ਦੇ ਬੱਚੇ ਨੇ ਮੋਦੀ ਸਰਕਾਰ ਨੂੰ ਦੇਤਾ ਵੀ 31 ਤਰੀਕ ਤੱਕ ਤੁਹਾਨੂੰ ਟਾਈਮ ਦਿੱਤਾ, 1 ਤਰੀਕ ਨੂੰ ਅਸੀਂ ਫੇ ਪੈਰ ਧਰ ਲੈਣਾ ਆ, ਫੇਰ ਨਾ ਮੱਛੀ ਵਾਂਗ ਤੜਪਿਓ। ਵੱਡੇ ਬਿਜ਼ਨਸ ਘਰਾਣਿਆਂ ਦੀਆਂ ਕੰਜਰੀਆਂ ਬਣ ਕੇ ਤੁਸੀਂ ਸੰਸਦ ਦੇ ਅੰਦਰ ਨੱਚਣਾ ਆ, ਤਾਂ ਫਿਰ ਇਹ ਕਿਸਾਨ ਤੁਹਾਡੇ ਘੁੰਗਰੂ ਖਿੱਚਣਾ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ। ਤਾਂ ਹੀ ਆ ਨਾ, ਜਦੋਂ ਮੋਦੀ 4 ਬੰਦਿਆਂ ਨੇ ਚੱਕ ਲਿਆ ਜੀ ਉਦੋਂ ਜਾਵਾਂਗੇ, ਜਦੋਂ ਇੱਥੇ ਤੁਹਾਡਾ ਨਾ ਮੋਢਿਆਂ ਤੇ ਉਦੋਂ ਜਾਵਾਂਗੇ ਜੀ, ਹੁਣ ਤੱਕ ਜਾਂਦੇ ਨਹੀਂ ਗਏ। ਮੈਂ ਬਜ਼ੁਰਗ ਦੇਖੋ ਜੀ 70 ਸਾਲ ਦਾ ਹੈਗਾ, ਮੁੰਡਿਆਂ ਤੋਂ ਵਿਚਰ ਕੇ ਆਏਗਾ ਵੀ ਮੈਂ ਜਾਣਾ ਹੀ ਚੱਕ ਉੱਥੇ ਮੈਂ ਮਰ ਜਾ ਜੀ। ਨਾ ਬਾਪੂ ਐ ਨਹੀਂ ਮਰਨ ਦਿੰਦੇ, ਐਵੇਂ ਕਿੱਦਾਂ ਮਰ ਹਾਂ ਜੀ ਹਾਂ, ਆਪਾਂ ਉਹਨੂੰ ਜੋ- ਮਾਰ ਕੇ ਫੇਰ ਹੀ ਮਰਾਂਗੇ ਜੀ। ਨਾ ਅਸੀਂ ਦੂਜੀ ਦੀ ਐ ਨਹੀਂ ਮੌਤ ਇੰਨੀ ਛੇਤੀ ਮਰ ਗਿਆ ਤਾਂ ਫਿਰ ਤਾਂ ਸਾਰਾ ਕੁਝ ਖੇਡ ਹੀ ਖਤਮ। ਠੀਕ ਆ ਜੀ। ਅੱਡੀਆਂ ਰਗੜਨ ਦਿਓ ਉਹਨੂੰ। ਹਾਂ ਦੇਖ ਇਹ ਅਸੀਂ ਦਿੱਲੀ ਦੀ ਹਿੱਕ ਤੇ ਆ ਕੇ ਬਹਿ ਗਏ ਨਾ। ਕਿਤੇ ਬਹਿ ਗਏ ਜੀ, ਇਹ ਖਾਲਸਾ ਪਿੱਛੇ ਹਟਣ ਵਾਲੇ ਨਹੀਂ ਜੀ, ਇਹ ਗੁਰੂ ਗੋਬਿੰਦ ਸਿੰਘ ਦੇ ਬਾਦਸ਼ਾਹ ਸਾਰੇ। ਬਿਲਕੁਲ ਹਾਂ ਜੀ, ਇਹ ਪਿੱਛੇ ਹਟਣ ਵਾਲੇ ਨਹੀਂ ਕਿ ਸਿੱਖ ਕੌਮ ਆ ਜੀ, ਇਹ ਕੋਈ ਮਖੌਲ ਦੀ ਗੱਲ ਨਹੀਂ ਗੀ। ਹਾਂ, ਤੇ ਅਸੀਂ ਮਕਾਣਾ ਨਹੀਂ, ਅਸੀਂ ਤੜਪਾਣਾ ਆ। ਹੁਣ ਤੜਪਾਣਾ ਸ਼ੁਰੂ ਕਰਤਾ ਸੀ ਤੇ ਹੁਣ ਇਹ ਦੇਖਦੇ ਆ ਕਿ ਮੱਛੀ ਤੜਪਦੀ ਕਦੋਂ ਤੱਕ ਆ, ਜਾਨ ਨਹੀਂ ਕੱਢਣੀ। ਇਹ ਤੇਰਾ ਪੰਗਾ ਪੰਜਾਬ ਨਾਲ ਪਿਆਗਾ, ਕਿਸੇ ਏਰੀਏ ਨਾਲ ਨਹੀਂ ਪਿਆ। ਤੈਨੂੰ ਸਬਕ ਸਿਖਾ ਕੇ ਜਾਵਾਂਗੇ, ਮਾਂ ਦਾ ਪੁੱਤ ਹੈ ਸਮਝਾ, ਨਹੀਂ ਤੈਨੂੰ ਆਟੋਮੈਟਿਕ ਸਮਝਾ ਕੇ ਜਾਵਾਂਗੇ। ਹੁਣ ਤਾਂ ਜੀ ਇਹਦੇ ਦਾੜੀ ਵੀ ਵੱਧ ਗਈ, ਹੱਥ ਪਾਉਣ ਨੂੰ ਵਧੀਆ ਨਜ਼ਾਰਾ ਆਊਗਾ ਜੀ। ਤੇ ਜੇਕਰ ਤੁਸੀਂ ਅਜੇ ਵੀ ਇਸ ਮੋਰਚੇ ਦੇ ਵਿੱਚ ਨਹੀਂ ਪਹੁੰਚੇ ਆ, ਬੀਐਸਐਫ ਦੇ ਵੀ ਕੁਝ ਨੌਜਵਾਨ ਖੜੇ ਨੇ, ਮੈਂ ਕੈਮਰਾਮੈਨ ਨੂੰ ਕਹੂੰਗਾ ਉਧਰ ਕੈਮਰਾ ਘੁਮਾਉਣ। ਬੀਐਸਐਫ ਦੀ ਵੀ ਡਿਊਟੀ ਇੱਥੇ ਲੱਗੀ ਹੋਈ ਹੈ ਤੇ ਤੁਸੀਂ ਟਿੱਕਰੀ ਬਾਰਡਰ ਦਾ ਨਜ਼ਾਰਾ ਦੇਖ ਰਹੇ ਹੋ। ਪੋਹ ਦੇ ਮਹੀਨੇ ਵਿੱਚ ਸਰਦ ਰਾਤਾਂ ਤੇ ਅੱਗ ਸੇਕਦੇ ਸਾਡੇ ਸੜਕਾਂ ਉੱਤੇ ਬਜ਼ੁਰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਪੂ ਜੀ ਕੀ ਹਾਲ ਚਾਲ ਜੀ? ਫਿਰ ਕਿੱਦਾਂ ਬਿਤਾਏ ਜਾ ਰਹੇ ਨੇ ਦਿਨ ਟਿੱਕਰੀ ਬਾਰਡਰ ਤੇ? ਟਿੱਕਰੀ ਬਾਰਡਰ ਤੇ ਜੀ ਬਸ ਅਸੀਂ ਤਾਂ ਹੁਣ ਘਰੋਂ ਨਿਮੇੜ ਕੇ ਆਏ ਆ ਕੰਮ, ਵੀ ਸਾਡਾ ਤਾਂ ਅੰਨ ਪਾਣੀ ਇੱਥੇ ਹੀ ਆ ਜਿਹੜਾ ਕੁਛ ਹੈਗਾ। ਤੁਹਾਨੂੰ ਕੀ ਲੱਗਦਾ ਆ ਕਿ ਮੋਦੀ ਲਾਣਾ ਸੁਧਰ ਜੂ ਸੱਜੇ ਕੀਤੇ? ਸੁਧਰੂਗਾ ਤਾਂ ਨਾ ਸੁਧਰੂ, ਅਸੀਂ ਤਾਂ ਘਰੋਂ ਮੁਕਾ ਕੇ ਆਏ ਆ ਵੀ ਅਸੀਂ ਤਾਂ ਇੱਥੇ ਹੀ ਰਹਾਂਗੇ ਜੀ, ਅਸੀਂ ਤਾਂ ਜਾਂਦੇ ਨਹੀਂ ਗੇ। ਹੁਣ ਅਸੀਂ ਤਾਂ ਤਲੀ ਤੇ ਧਰ ਕੇ ਹੀ ਆਏ ਆ ਜੀ ਘਰੋਂ। ਤੇ ਜੋ ਚੀਜ਼ਾਂ ਹੁਣ ਜਿਹੜਾ ਨੌਜਵਾਨਾਂ ਦੇ ਅੰਦਰ ਇੱਕ ਨਵਾਂ ਜੋਸ਼ ਦੇਖਣ ਨੂੰ ਮਿਲ ਰਿਹਾ ਆ, ਪਹਿਲਾਂ ਤਾਂ ਅਸੀਂ ਹਮੇਸ਼ਾ ਦੇਖਿਆ ਸੀਗਾ ਕਿ ਕੋਈ ਵੀ ਧਰਨਾ ਹੋਵੇ, ਰੋਸ ਮੁਜ਼ਾਹਰਾ ਹੋਵੇ, ਸਾਨੂੰ ਸਾਡੇ ਚਿੱਟੇ ਦਾੜਿਆਂ ਵਾਲੇ ਵਿਚਾਰੇ ਬਜ਼ੁਰਗ ਹੀ ਨਜ਼ਰ ਆਉਂਦੇ ਸੀ, ਤੇ ਹੁਣ ਸਾਨੂੰ ਬਜ਼ੁਰਗ ਤਾਂ ਕਿਤੇ ਕਿਤੇ ਨਜ਼ਰ ਆਉਂਦੇ, ਨੌਜਵਾਨ ਹਰ ਪਾਸੇ ਆ। ਸਾਰੇ ਆ ਗਏ ਜੀ, ਹੁਣ ਪਿੰਡਾਂ 'ਚੋਂ ਸਭ ਆ ਗਏ। ਹੁਣ ਬਸ ਇਹੀ ਆਹੋ ਆ ਵੀ ਸਾਡਾ ਜਿਹੜੀ ਇਹ ਉਹ ਕਰੀ ਜਾਂਦਾ ਨਾ ਜੀ, ਹੈਰਾਨ ਕਰੀ ਜਾਂਦਾ, ਇੱਕ ਪਾਸਾ ਹੋ ਕੇ ਹੀ ਸਰੂਗਾ ਜੀ। ਹੁਣ ਉਹਨੂੰ ਆਪ ਵੀ ਚਾਹੀਦਾ ਜੀ, ਹੁਣ ਉਹਨੂੰ ਕਹੀਦਾ ਵੀ ਇੰਨਾ ਚਿਰ ਹੋ ਗਿਆ ਸਾਨੂੰ ਹੈਰਾਨ ਹੁੰਦਿਆਂ ਨੂੰ, ਵੀ ਤੂੰ ਹੁਣ ਕੋਈ ਇੱਕ ਪਾਸਾ ਕਰ ਦੇ, ਨਿਬੇੜ ਦੇ ਗੱਲ ਜੀ। ਬਿਲਕੁਲ ਜੀ, ਨਿਬੇੜ ਦੇ। ਮੈਂ ਉੱਠਾਂ, ਮੈਨੂੰ ਬਹੁਤ ਜ਼ਿਆਦਾ ਅੱਖਾਂ 'ਚ ਧੂੰਆਂ ਲੱਗ ਰਿਹਾ ਤੇ ਪਿੱਛੇ ਹੋਰ ਵੀ ਖੜੇ ਨੇ ਵੀਰ, ਉਹਨਾਂ ਨਾਲ ਗੱਲ ਕਰਦੇ ਆ। ਕੀ ਕਹੋਗੇ ਮੋਰਚਿਆਂ ਨੂੰ ਲੈ ਕੇ? ਕਿਉਂਕਿ ਮੋਰਚਿਆਂ ਨੂੰ ਬੜੇ ਤਰੀਕੇ ਦੇ ਨਾਲ ਤਾਰੋਪੀੜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਲੀਅਰ ਕਹਿ ਦਿੱਤਾ ਆ ਯੈਸ ਔਰ ਨੋ 'ਚ ਸਾਨੂੰ ਜਵਾਬ ਚਾਹੀਦਾ ਹੈ, ਪਰ ਮੋਦੀ ਸਰਕਾਰ ਅਮੈਂਡਮੈਂਟ ਤੇ ਅੜੀ ਹੋਈ ਹੈ। ਕੀ ਕਹੋ? ਪਹਿਲਾਂ ਤਾਂ ਧੰਨਵਾਦ ਕਰਦੇ ਹਾਂ ਜੀ ਅਖੰਡਵਾਣੀ ਚੈਨਲ ਦਾ, ਔਰ ਸਭ ਤੋਂ ਪਹਿਲਾਂ ਫਤਿਹ ਬੁਲਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਤਾਂ ਇੱਕੋ ਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜੇ ਕਿਸੇ ਨੂੰ ਕੋਈ ਚੀਜ਼ ਪਸੰਦ ਨਾ ਹੋਵੇ, ਸਪੋਜ਼ ਕਰੋ ਮੈਂ ਤੁਹਾਨੂੰ ਕਹਾਂ ਕਿ ਆਹ ਚੀਜ਼ ਲੈ ਲਓ, ਤੁਸੀਂ ਕਹੋ ਮੈਨੂੰ ਫਿੱਟ ਨਹੀਂ, ਮੈਂ ਧੱਕੇ ਨਾਲ ਕਹਾਂ ਨਹੀਂ ਵੀਰ ਜੀ ਇਹ ਤੁਹਾਡਾ ਅਖੰਡਵਾਣੀ ਚੈਨਲ ਵਾਸਤੇ ਫਾਇਦਾ ਹੋਊ, ਤੁਹਾਡਾ ਪਰਸਨਲੀ ਫਾਇਦਾ ਹੋਊ, ਤੁਹਾਡਾ ਪਰਿਵਾਰ ਲਈ ਫਾਇਦਾ ਹੋਊ, ਤੁਸੀਂ ਮੈਨੂੰ ਕਹੋ ਨਹੀਂ ਫਾਇਦਾ, ਮੈਂ ਜੇ ਧੱਕੇ ਨਾਲ ਠੋਸੂੰ ਉਸ ਦਾ ਕੀ ਫਾਇਦਾ? ਉਹੀ ਗੱਲ ਅੱਜ ਹੋਈ ਵੀ ਆ। ਇੱਕੋ ਹੀ ਮੈਸੇਜ ਵਿੱਚ ਸਾਰਾ ਕੁਝ ਆਉਂਦਾ ਕਿ ਜਿਹੜੀ ਚੀਜ਼ ਕਿਸਾਨਾਂ ਨੂੰ ਨਹੀਂ ਫਿੱਟ ਉਹ ਧੱਕੇ ਨਾਲ ਕਿਉਂ ਠੋਸੀ ਜਾ ਰਹੀ ਹੈ। ਠੋਸੀ ਤਾਂ ਜਾ ਰਹੀ ਆ ਉਸ ਦੇ ਆਪਣੇ ਬਸ ਕੁਝ ਨਹੀਂ, ਕਿਉਂਕਿ ਅਡਾਨੀ ਅਬਾਨੀਆਂ ਨੂੰ ਉਹ ਵਿਕਿਆ ਹੋਇਆ। ਇਸ ਕਰਕੇ ਅਸੀਂ ਤਾਂ ਸਾਰੇ ਕਿਸਾਨ ਜਥੇਬੰਦੀਆਂ ਵੱਲੋਂ, ਸਿੱਖ ਕੌਮ ਵੱਲੋਂ, ਪੰਜਾਬੀਆਂ ਵੱਲੋਂ ਇੱਕੋ ਹੀ ਨਾਅਰਾ ਲਾਉਣਾ ਚਾਹੁੰਦੇ ਹਾਂ ਕਿ ਜਿਹੜੇ ਕਾਨੂੰਨ ਨੇ ਉਹ ਵਾਪਸ ਹੋਣੇ ਚਾਹੀਦੇ ਹਨ, ਕਿਉਂਕਿ ਇਹ ਜੇ ਕਹਿੰਦੇ ਹਨ ਕਿ ਅਸੀਂ ਕਾਨੂੰਨ ਵਾਪਸ ਨਹੀਂ ਲੈਂਦੇ ਜੀ, ਵਿੱਚੋਂ ਸਾਰੇ ਜਿਹੜੇ ਮਤੇ ਨੇ ਉਹ ਕੱਢ ਦਿੰਦੇ ਆ, ਫਿਰ ਉਹ ਖਾਲੀ ਡੱਬੇ ਦਾ ਕੀ ਫਾਇਦਾ ਰਹਿ ਗਿਆ। ਇਸ ਕਰਕੇ ਇਹੀ ਮੈਸੇਜ ਦੇਣਾ ਚਾਹੁੰਦੇ ਆ, ਜੇ ਕਿਸੇ ਨੂੰ ਚੀਜ਼ ਨਹੀਂ ਪਸੰਦ, ਬਣਾ ਤੁਸੀਂ ਕਿਸਾਨਾਂ ਵਾਸਤੇ ਰਹੇ ਹੋ, ਮੈਸੇਜ ਤੁਸੀਂ ਕਿਸਾਨਾਂ ਵਾਸਤੇ ਦੇ ਰਹੇ ਹੋ, ਪਰ ਤੁਸੀਂ ਧੱਕੇ ਨਾਲ ਕਿਉਂ ਠੋਸ ਰਹੇ ਹੋ? ਇਸ ਲਈ ਇਹ ਕਾਨੂੰਨ ਰੱਦ ਹੋਣੇ ਚਾਹੀਦੇ ਹਨ। ਔਰ ਇਹ ਪਰਖ ਦੀ ਘੜੀ ਆ, ਪਰਖ ਦੀ ਘੜੀ ਅੱਗੇ ਵੀ ਕਿੰਨੀ ਵਾਰੀ ਆਈ ਆ,
ਦਿੱਲੀ ਨੂੰ ਇਹੀ ਮੈਸੇਜ ਆ ਕਿ ਅਸੀਂ ਪਹਿਲਾਂ 18-19 ਵਾਰੀ ਸਾਡੇ ਜਥੇਦਾਰਾਂ ਨੇ, ਸਾਡੇ ਬਜ਼ੁਰਗਾਂ ਨੇ, ਭਾਈ ਬਘੇਲ ਸਿੰਘ ਉਹਨਾਂ ਨੇ ਜਿੱਤਿਆ, ਅੱਜ ਵੀ ਜਿੱਤ ਕੇ ਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਹੋਰ ਸਵਾਲ ਪੁੱਛਣਾ ਚਾਹਾਂਗਾ ਕਿ ਅੱਜ ਦੀ ਤਰੀਕ ਦੇ ਵਿੱਚ 25 ਦਸੰਬਰ ਨੂੰ ਮੋਦੀ ਨੇ ਐਲਾਨ ਕੀਤਾ ਕਿ 18,000 ਕਰੋੜ ਰੁਪਈਆ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਟ੍ਰਾਂਸਫਰ ਕਰੂਗਾ। ਕੀਤਾ ਹੋਊਗਾ 12 ਵਜੇ ਉਹਨੇ ਆਨਲਾਈਨ ਕਰਨਾ ਸੀ, ਟ੍ਰਾਂਸਫਰ ਕਰ ਦਿੱਤਾ ਹੋਊਗਾ। ਤੁਹਾਨੂੰ ਕੀ ਲੱਗਦਾ ਕਿ ਇਹ ਕੀ ਚੱਲ ਰਿਹਾ ਹੈ ਇਹਨਾਂ ਦੇ ਜ਼ਿਹਨ ਦੇ ਵਿੱਚ? ਹੁਣ ਕਿਸਾਨ ਤਾਂ ਸਾਰੇ ਬੈਠੇ ਹੋਏ ਨੇ ਪੰਜਾਬ ਦੀ, ਜਿੰਨੇ ਵੀ ਹੈਗੇ ਨੇ, ਹਰਿਆਣੇ ਦੇ, ਯੂਪੀ, ਐਮਪੀ ਦੇ, ਰਾਜਸਥਾਨ ਦੇ, ਦਿੱਲੀ ਦੀ ਹਿੱਕ ਤੇ ਆ ਕੇ, ਤੇ ਇਹ ਮੂੰਹ ਆਪਣਾ ਕਿਸੇ ਹੋਰ ਪਾਸੇ ਨੂੰ ਕਰਕੇ ਤੁਰ ਕੇ ਦੂਜੇ ਪਾਸੇ ਦੇ ਕਿਸਾਨ ਕਿਉਂ ਮਨਾਉਣ ਤੁਰਿਆ ਹੈ? ਕਿਉਂਕਿ ਇਹਨੂੰ ਚਾਹੀਦੀ ਹੈ ਵੀ ਅਸੀਂ ਇੱਧਰ ਧਿਆਨ ਨਹੀਂ ਦੇਣਾ। ਉਹ ਕਹਿੰਦੇ ਮੀਡੀਆ ਵੀ ਧਿਆਨ, 80% ਮੀਡੀਆ ਮੈਂ ਸ਼ਰੇਆਮ ਕਹਿ ਰਿਹਾ ਵੀ ਵਿਕਿਆ ਹੋਇਆ। ਸੋਨੂੰ ਵੀ ਇਸ ਗੱਲ ਦਾ ਪਤਾ ਹੀ ਆ। ਜਿਹੜਾ ਵੀ ਕੋਈ ਮੀਡੀਆ ਅਸੀਂ ਗੱਲ ਨਹੀਂ ਕਰਦੇ, ਕਿਉਂ ਨਹੀਂ ਕਰਦੇ? ਸਾਨੂੰ ਪਤਾ ਵੀ ਵਿਕਿਆ ਹੋਇਆ। ਅੱਜ ਤੱਕ ਗੱਲ ਸਪੈਸ਼ਲੀ ਗੱਲ ਨਹੀਂ ਕਰਦੇ, ਸਾਰਿਆਂ ਨੂੰ ਪਤਾ ਵੀ ਉਹ ਵਿਕਿਆ ਹੋਇਆ। ਉਹਨੇ ਧਿਆਨ ਦੇਣਾ ਹੀ ਨਹੀਂ, ਉਹਨੂੰ ਲੋੜ ਕੀ ਆ? ਉਹਦਾ ਆਪਦਾ ਤੋਰੀ ਫਿਰਕਾ ਚੱਲ ਰਿਹਾ, ਸਾਡਾ ਨਹੀਂ ਨਾ ਚੱਲ ਰਿਹਾ। ਅਸੀਂ ਤਾਂ ਕਰਕੇ ਆਏ ਆ, ਸਾਨੂੰ ਚਾਹੀਦੀ ਹੈ ਇਹੋ ਜਿਹਾ ਕੁਝ। ਇਹ ਸਾਨੂੰ ਕਹਿੰਦੇ ਆ ਤੁਹਾਡੇ ਲਈ ਸੰਵਿਧਾਨ ਇਹੋ ਜਿਹਾ ਬਣਾਇਆ, ਸਾਡੇ ਲਈ ਸੰਵਿਧਾਨ ਹੋਰ ਆ, ਅਮੀਰ ਲੋਕਾਂ ਲਈ ਸੰਵਿਧਾਨ ਹੋਰ ਆ। ਨਾਲੇ ਆਰਟੀਕਲ 246 ਦੇ ਤਹਿਤ ਇਹ ਖੇਤੀਬਾੜੀ ਦੇ ਅਧੀਨ ਕੋਈ ਰੂਲ ਬਣਾ ਹੀ ਨਹੀਂ ਸਕਦੇ। ਕਿਵੇਂ ਬਣਾ ਰਹੇ ਨੇ ਇਹ ਸਾਨੂੰ ਚਾਹੀਦਾਗਾ। ਇਸ ਕਰਕੇ ਅਸੀਂ ਆਏ ਆ। ਇਹਨਾਂ ਤੋਂ ਚਾਹੀਦਾ ਨਹੀਂ, ਇਹ ਸਾਡੇ ਬਜ਼ੁਰਗਾਂ ਨੂੰ ਨਹੀਂ ਪਤਾ, ਸਾਨੂੰ ਪਤਾ, ਨੌਜਵਾਨ ਪੀੜ੍ਹੀ ਨੂੰ। ਅਸੀਂ ਅੱਗੇ ਵੀ ਦੱਸਣਾਗਾ, ਆਰਟੀਕਲ 246 ਦੇ ਤਹਿਤ ਇਹ ਬਣਾ ਨਹੀਂ ਸਕਦੇ। ਇਹ ਪੜ੍ਹਨ, ਮੋਦੀ ਮੈਂ ਮੂੰਹ ਤੇ ਕਹਿਣਾ ਅਨਪੜ੍ਹ ਹੈ, ਤਾਂ ਇਸ ਕਰਕੇ ਸਾਥੋਂ ਸਿੱਖਿਆ ਵੀ ਲਵੇ। ਬਿਲਕੁਲ ਜੀ, ਬਿਲਕੁਲ। ਇਹ ਸਾਡੀ ਉਹ ਨੌਜਵਾਨ ਪੀੜ੍ਹੀ ਹੈ ਜਿਹੜੀ ਹੁਣ ਪੜ੍ਹ ਲਿਖ ਗਈ ਹੈ। ਤੁਹਾਨੂੰ ਇਹ ਲੱਗਦਾ ਸੀ ਕਿ ਕਿਸਾਨ ਵਿਚਾਰੇ ਮਿੱਟੀ ਨਾਲ ਮਿੱਟੀ ਹੋਣਾ ਜਾਣਦੇ ਨੇ, ਉਹ ਵਿਚਾਰੇ ਪੜ੍ਹੇ ਲਿਖੇ ਨਹੀਂ, ਉਹਨਾਂ ਦੇ ਉੱਤੇ ਕੋਈ ਵੀ ਕਾਨੂੰਨ ਥੋਪਦੇ ਤੇ ਚੁੱਪ ਕਰਕੇ ਅਸੀਂ ਸਹਿਣ ਕਰ ਲਾਂਗੇ। ਤੇ ਜੋ ਚੀਜ਼ਾਂ ਪਹਿਲਾਂ ਵੀ ਹੋਈਆਂ, GST ਤੁਸੀਂ ਥੋਪਤਾ, ਚੁੱਪ ਰਹੇ। ਉਸ ਤੋਂ ਬਾਅਦ ਨੋਟਬੰਦੀ ਹੋ ਗਈ, ਉਸ ਤੋਂ ਬਾਅਦ ਹੋਰ ਬਹੁਤ ਸਾਰੀਆਂ ਚੀਜ਼ਾਂ, 370 ਹੋ ਗਿਆ, CA ਹੋ ਗਿਆ, ਬਹੁਤ ਸਾਰੀਆਂ ਚੀਜ਼ਾਂ ਨੇ, ਬਹੁਤ ਸਾਰੇ ਅਲੱਗ-ਅਲੱਗ ਇਸ਼ੂਜ਼ ਨੇ, ਪਰ ਹਰ ਵਾਰ ਚੁੱਪ ਰਹੇ। ਅਗਰ ਆਬਜੈਕਸ਼ਨ ਹੋਈ ਵੀ ਤਾਂ ਉਹ ਕੁਝ ਕੀ ਲੋਕਾਂ ਨੇ ਕੀਤੀ, ਇੱਕ ਖਿੱਤੇ ਤੱਕ ਸੀਮਿਤ ਰਹਿ ਗਈ। ਪਰ ਆਹ ਜਿਹੜੀ ਆਬਜੈਕਸ਼ਨ ਹੋਈ ਹੈ ਹੁਣ, ਇਹ ਪੰਜਾਬ ਤੋਂ ਸ਼ੁਰੂ ਹੋਈ ਹੈ ਤੇ ਇਹ ਪੂਰੇ ਭਾਰਤ ਦੇ ਵਿੱਚ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਆਬਜੈਕਸ਼ਨ ਚਲੇ ਗਈ ਹੈ। ਤੇ ਹੁਣ ਮੋਦੀ ਸਰਕਾਰ ਨੂੰ ਇਹ ਹੈ ਕਿ ਆਪਣੀ ਅਸੀਂ ਸ਼ਾਖ ਬਚਾਈਏ ਕਿੱਦਾਂ। ਹੁਣ ਕੀ ਲੱਗਦਾ ਤੁਹਾਨੂੰ ਕਿ ਮੋਦੀ ਸਰਕਾਰ ਸ਼ਾਖ ਕਿੱਦਾਂ ਆਪਣੀ ਬਚਾਊਗੀ? ਕਿਉਂਕਿ ਉਹਨਾਂ ਨੇ ਕਹਿਤਾ ਵੀ ਡੱਬਾ ਖਾਲੀ ਕਰਕੇ ਸਾਨੂੰ ਖਾਲੀ ਡੱਬਾ ਦੇ ਦਿਓ, ਅਸੀਂ ਖਾਲੀ ਡੱਬਾ ਵੀ ਉਹਨਾਂ ਦੇ ਹੱਥ 'ਚ ਨਹੀਂ ਛੱਡਣਾ। ਤੇ ਜੇ ਖਾਲੀ ਡੱਬਾ ਅਸੀਂ ਉਹਨਾਂ ਦੇ ਹੱਥ 'ਚ ਨਹੀਂ ਛੱਡਦੇ ਤਾਂ ਮੋਦੀ ਸਰਕਾਰ ਖਤਮ ਹੈ, BJP ਖਤਮ ਹੈ, ਮੋਦੀ ਖਤਮ ਹੈ, ਵਜੂਦ ਖਤਮ ਹੈ ਇਹਨਾਂ ਦਾ। ਤੁਹਾਨੂੰ ਕੀ ਲੱਗਦਾ ਕਿੱਦਾਂ ਆਪਣੀ ਸ਼ਾਖ ਇਹ ਬਚਾਉਣਗੇ? ਕਿਉਂਕਿ ਕਿਆਸ ਕਿਤੇ ਨਾ ਕਿਤੇ ਇਹ ਆਪਣੇ ਹੀ ਬੰਦਿਆਂ ਦੇ ਥਰੂ ਇਹ ਵੀ ਪ੍ਰੋਜੈਕਟ ਕਰਕੇ ਡਰਾ ਧਮਕਾ ਇਨਡਾਇਰੈਕਟ ਵੇ ਰਹੇ ਨੇ ਗੋਦੀਆਂ ਮੀਡੀਆ ਦੇ ਥਰੂ ਵੀ ਉਰੇ CRPF ਬੜੀ ਲਾਤੀ ਜੀ, ਪੁਲਿਸ ਬੜੀ ਲਾਤੀ, ਲਾਠੀ ਚਾਰਜ ਹੋ ਗਿਆ। ਮਨਜਿੰਦਰ ਸਿਰਸਾ ਵੀ ਕਹਿ ਰਿਹਾ ਸੀ ਉਰੇ 600 ਟਰਾਲੀਆਂ ਰੋਕੀਆਂ ਸੀਗੀਆਂ, ਮੈਂ ਛਡਾ ਕੇ ਲੈ ਕੇ ਆਇਆ, ਲਾਠੀ ਚਾਰਜ ਹੋਇਆ। ਬੜੀਆਂ ਚੀਜ਼ਾਂ ਇਹੋ ਜਿਹੀਆਂ ਪ੍ਰਚਾਰੀਆਂ ਜਾ ਰਹੀਆਂ ਨੇ। ਸਿਰਸਾ ਕੌਣ ਆ, ਕਿੱਥੋਂ ਹੈਗਾ, ਉਹ ਸਾਰੀ ਦੁਨੀਆ ਜਾਣਦੀ ਹੈ, ਕਿਹਦੇ ਨਾਲ ਸੀ, ਕੀ ਹੈ ਕੀ ਨਹੀਂ। ਤੁਹਾਨੂੰ ਕੀ ਲੱਗਦਾ ਕੀ ਰਸਤਾ ਇਖਤਿਆਰ ਕਰਨਗੇ? ਹੁਣ ਇਹ ਆਪਦੇ ਸਟੰਟਬਾਜ਼ੀਆਂ ਚੱਲ ਰਹੀਆਂ ਇਹਨਾਂ ਦੀਆਂ। ਇਹ ਚਾਹੁੰਦੇ ਵੀ ਕਿਸੇ ਨਾ ਕਿਸੇ ਹਿਸਾਬ ਨਾਲ ਇਹ ਅੰਦੋਲਨ ਹੈ ਜਿਹੜਾ ਸ਼ੁਰੂ ਹੋਇਆ ਹੈਗਾ, ਇਹ ਅਗਸਤ ਤੋਂ ਸ਼ੁਰੂ ਹੋ ਰਿਹਾ ਹੈਗਾ। ਇਹਨਾਂ ਨੂੰ ਐਸੀ ਮਹੀਨਾ 2 ਮਹੀਨਾ ਚਲੋ ਚੱਲੂ। ਜਦੋਂ ਇਹ ਦਿੱਲੀ ਨੂੰ ਆ ਗਏ, ਕਿੰਨਾ ਕੁ ਰਸ਼ ਨੂੰ ਇਹਨਾਂ ਕੋਲੇ, ਚਲੋ ਜੀ ਹਫ਼ਤੇ 10 ਦਿਨ ਬਾਅਦ ਉਹ ਮਹੀਨੇ ਬਾਅਦ ਮੁੜ ਗਏ। ਇਹਨਾਂ ਨੇ ਦੇਖ ਲਾ ਪੱਕੇ ਡੇਰੇ ਲਾ ਲਏ, ਇਹਦੋਂ ਇਹਨੇ ਪਾਣੀ ਦੀਆਂ ਵਿਛਾੜਾਂ, ਪੱਥਰ ਧਰਤੇ, ਕੀ ਕੁਛ ਨਹੀਂ ਇਹਨਾਂ ਨੇ ਕਰਕੇ ਦੇਖਿਆ। ਰੋਕ ਸਾਹਿਬ ਆਏ ਆ ਜਿਹੜੀ ਨੌਜਵਾਨੀ ਕਹਿੰਦੇ ਸਾਡੀ ਨਸ਼ਿਆਂ 'ਚ ਆ, ਇਹੀ ਨੌਜਵਾਨੀ ਨੇ ਚੱਕੇ ਨੇ। ਕਿਉਂ ਨਹੀਂ ਕਰ ਸਕਦੇ? ਸਭ ਕੁਝ ਕਰਾਂਗੇ। ਜਿਹੜਾ ਇਹ ਚੱਲਦੇ ਨਾ ਗੋਦੀ ਮੀਡੀਆ ਦਾ, ਇਹ ਗੋਦੀ ਮੀਡੀਆ ਵੀ ਜਿਹੜਾ ਵਿਕਿਆ ਹੋਇਆ, ਇਹਨੂੰ ਵੀ ਅਸੀਂ ਬੰਦ ਕਰਾਂਗੇ। ਇਹਦੇ ਨਾਲ ਹੁਣ ਗੱਲ ਨਹੀਂ ਕਰ ਰਿਹਾ ਕੋਈ। ਕਿਉਂ ਨਹੀਂ ਕਰ ਰਿਹਾ? ਕਿਉਂਕਿ ਪਤਾ ਸਿਰਫ ਹਰ ਮੋਦੀ, ਘਰ ਮੋਦੀ, ਆਹੀ ਕੰਮ ਆ, ਦੂਜਿਆਂ ਨੂੰ ਕੰਮ ਹੀ ਨਹੀਂ ਕੋਈ। ਬਿਲਕੁਲ ਬਿਲਕੁਲ। ਕਿਉਂਕਿ ਇਹ ਸਿਆਸਤਦਾਨ ਉਹ ਨੇ ਜਿਹੜੇ ਦੂਜਿਆਂ ਦੇ ਹੱਥਾਂ ਦੇ ਵਿੱਚ ਪਲਣਾ ਖੇਡਣਾ ਜਾਣੇ ਹੋਏ ਨੇ, ਜਿਹਨਾਂ ਨੂੰ ਇਹ ਲੱਗਦਾ ਆ ਕਿ ਅਸੀਂ ਜਿੱਦਾਂ ਸਦੀ ਪਹਿਲਾਂ ਭਾਰਤ ਵੇਚਿਆ ਸੀ, ਈਸਟ ਇੰਡੀਆ ਕੰਪਨੀ ਦੇ ਨਾਲ ਸੌਦੇ ਕੀਤੇ ਸੀ, ਉੱਦਾਂ ਅੱਜ ਅੰਬਾਨੀਆਂ ਅਡਾਨੀਆਂ ਦੇ ਨਾਲ ਇੱਕ ਵਾਰ ਮੁੜ ਸੌਦਾ ਕਰੀਏ। ਜਿੱਦਾਂ ਉਦੋਂ ਅੰਗਰੇਜ਼ ਬਾੜੇ ਸੀ ਭਾਰਤ ਦੀ ਜੂਹ ਦੇ ਵਿੱਚ, ਉੱਦਾਂ ਹੁਣ ਇਹਨਾਂ ਕਿਸਾਨਾਂ ਦੀਆਂ ਜੂਹਾਂ ਦੇ ਅੰਦਰ ਅੰਬਾਨੀਆਂ ਅਡਾਨੀਆਂ ਨੂੰ ਬਾੜਿਆ ਜਾਵੇ। ਪਰ ਇਹ ਯਾਦ ਰੱਖੋ, ਇਹ ਸਾਨੂੰ ਕਦੇ ਮਨਜ਼ੂਰ ਨਹੀਂ ਹੋਏਗਾ, ਕਿਉਂਕਿ ਇਹ ਜ਼ਮੀਨਾਂ ਸਾਨੂੰ ਸਾਡੇ ਗੁਰੂਆਂ ਨੇ, ਪੀਰਾਂ ਨੇ ਆਪ ਮੁਹਾਰੇ ਜਿੱਤ ਕੇ ਸਾਨੂੰ ਦਿੱਤੀਆਂ ਨੇ। ਕਿਸੇ ਦੀ ਖੈਰਾਤ ਨਹੀਂ ਹੈ ਇਹ। ਤੇ ਇਹ ਸਾਡੀਆਂ ਜ਼ੱਦੀ ਜ਼ਮੀਨਾਂ ਜੋ ਹੈ ਨੇ, ਇਸ ਦੇ ਉੱਤੇ ਕੋਈ ਅੰਬਾਨੀ, ਕੋਈ ਅਡਾਨੀ ਆ ਕੇ ਕਦੇ ਵੀ ਕਬਜ਼ਾ ਨਹੀਂ ਕਰ ਸਕਦਾ, ਕਦੇ ਕਾਬਜ਼ ਨਹੀਂ ਹੋ ਸਕਦਾ। ਦਿੱਲੀ ਦੀ ਹਿੱਕ ਤੇ ਇਹ ਮੋਰਚੇ ਲੱਗੇ ਨੇ ਤੇ ਉਦੋਂ ਤੱਕ ਲੱਗੇ ਰਹਿਣਗੇ ਜਦੋਂ ਤੱਕ ਇਹ ਸਰਕਾਰ ਹੁਣ ਸਿਰ ਨਹੀਂ ਝੁਕਾਉਂਦੀ। ਕਿਉਂਕਿ ਤੁਸੀਂ ਗੋਡਿਆਂ ਤੇ ਤਾਂ ਆ ਹੀ ਗਏ ਹੋ, ਹੱਥ ਵੀ ਤੁਸੀਂ ਜੋੜ ਲਏ ਆ, ਪਰ ਕਹਿੰਦੇ ਨੇ ਰੱਸੀ ਸੜ ਗਈ ਆ, ਬਲ ਨਹੀਂ ਗਿਆ, ਸਿਰ ਝੁਕਾਉਣ ਨੂੰ ਤਿਆਰ ਨਹੀਂ ਹੋ। ਪਰ ਅਸੀਂ ਸਿਰ ਝੁਕਾਏ ਬਿਨਾ ਇੱਥੋਂ ਜਾਣਾ ਨਹੀਂ। ਹਰ ਕਿਸੇ ਨੇ ਉਹੀ ਫੈਸਲਾ ਕੀਤਾ ਆ। ਹੋਰ ਕਿਸੇ ਨੇ ਕੋਈ ਗੱਲ ਕਹਿਣੀ ਹੈ? ਅੰਤ ਵਿੱਚ ਮੈਂ ਇੱਕੋ ਹੀ ਗੱਲ ਕਹਿਣੀ ਚਾਹੁੰਦਾ, ਇਹ ਜ਼ਮੀਨ ਦਾ ਮਸਲਾ ਨਹੀਂ, ਸਾਡੀ ਜ਼ਮੀਰ ਦਾ ਮਸਲਾ ਗਾ। ਕਿਉਂਕਿ ਜੇ ਸਾਡੀ ਜ਼ਮੀਨ ਨੂੰ ਹੱਥ ਪਾਉਂਦੇ ਨੇ, ਸਾਡੀ ਮਾਤਾ ਨੂੰ ਹੱਥ ਪਾਉਂਦੇ ਨੇ, ਕਿਉਂਕਿ ਅਸੀਂ ਉਪਜ ਕਿਸ ਦੀ ਖਾਂਦੇ ਆ?
ਜ਼ਮੀਨ ਦੀ। ਸਾਡੇ ਕਿਸਾਨਾਂ ਵਾਸਤੇ ਜਿਹੜਾ 80% 90% ਲੋਕਾਂ ਦਾ ਢਿੱਡ ਭਰਦਾ, ਜੇ ਕਿਸਾਨ ਖਤਮ ਹੋ ਗਿਆ, ਇਹ ਸੋਚ ਲਓ ਕੱਲ ਨੂੰ ਮੌਲ ਵੀ ਖਤਮ ਨੇ, ਵੱਡੇ ਸ਼ੋਰੂਮ ਵੀ ਖਤਮ ਨੇ। ਜੱਟ ਤਾਂ ਆਪਦੇ ਘਰੇ ਉਗਾ ਕੇ ਹਰ ਸਬਜ਼ੀ ਹਰ ਫਸਲ ਆਪਣੇ ਘਰ ਜੋਗੀ ਉਗਾ ਕੇ ਖਾ ਲੂ, ਪਰ ਇਹ ਲੋਕ ਢਿੱਡ ਕਿੱਥੋਂ ਭਰਨਗੇ, ਪੀਜ਼ਾ 버ਗਰ ਕਿੱਥੋਂ ਖਾਣਗੇ? ਇਹ ਸਾਨੂੰ ਜ਼ਮੀਨਾਂ ਸਾਡੇ ਬੜੇ ਹੀ ਚੜ੍ਹਦੀ ਕਲਾ ਵਾਲੇ ਸ਼ਹੀਦ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਦਿੱਤੀਆਂ ਨੇ, ਨਾ ਕਿਸੇ ਹੋਰ ਨੇ ਦਿੱਤੀਆਂ ਨੇ। ਇਹ ਜ਼ਮੀਨਾਂ ਉੱਤੇ ਜੋ ਸਾਨੂੰ ਅਮਾਨਤ ਦੇ ਕੇ ਗਏ ਹਨ ਬਾਬਾ ਬੰਦਾ ਸਿੰਘ ਜੀ ਬਹਾਦਰ, ਅਸੀਂ ਆਪਣੀਆਂ ਜੋ ਜਾਨਾਂ ਨੇ ਉਹ ਵਾਰ ਦਿਆਂਗੇ, ਪਰ ਜ਼ਮੀਨਾਂ ਉੱਤੇ ਇਹਨਾਂ ਨੂੰ ਪੈਰ 1 ਇੰਚ ਤੱਕ ਨਹੀਂ ਪਾਉਣ ਦੇਵਾਂਗੇ। ਬਿਲਕੁਲ ਜੀ। ਤੇ ਅੰਤ ਵਿੱਚ ਇੱਕ ਗੱਲ ਮੈਂ ਹੋਰ ਜਾਣਨਾ ਚਾਹਾਂਗਾ ਕਿ ਤੁਸੀਂ ਕਿਸਾਨ ਜਥੇਬੰਦੀਆਂ ਦੇ ਨਾਲ ਜੁੜੇ ਹੋਏ ਹੋ। ਕਿਸਾਨ ਜਥੇਬੰਦੀਆਂ ਦੇ ਸਾਰੇ ਆਗੂ ਬਹੁਤ ਸਤਿਕਾਰਯੋਗ ਨੇ, ਪਰ ਤੁਹਾਨੂੰ ਇਹ ਨਹੀਂ ਲੱਗਦਾ ਕਿ ਇਹ ਮੋਰਚਾ ਫਤਿਹ ਕਰਨ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਰਾਜਨੀਤੀ ਵਾਸਤੇ ਆਪਣੀ ਇੱਕ ਅਲੱਗ ਰਣਨੀਤੀ ਬਣਾਈ ਜਾਵੇ? ਕਿਉਂਕਿ ਜੇਕਰ ਪੰਜਾਬ ਦਾ ਸੀਐਮ ਜਾਂ ਪੰਜਾਬ ਦੇ ਐਮਪੀ ਐਮਐਲਏ ਕਿਸਾਨਾਂ ਦੇ ਵਿੱਚੋਂ ਕਿਸਾਨਾਂ ਦੇ ਪੁੱਤ ਹੁੰਦੇ ਤਾਂ ਸਾਨੂੰ ਸ਼ਾਇਦ ਅੱਜ ਆਹ ਧਰਤੀ ਦੇ ਉੱਤੇ ਆ ਕੇ ਦਿੱਲੀ ਦੀ ਹਿੱਕ ਤੇ ਮੋਰਚੇ ਨਾ ਲਾਣੇ ਪੈਂਦੇ, ਸਾਨੂੰ ਆਪਣੇ ਹੱਕ ਮੰਗਣ ਵਾਸਤੇ ਇਸ ਤਰੀਕੇ ਨਾਲ ਜੂਝਣਾ ਨਾ ਪੈਂਦਾ। ਹੁਣ ਜਿਵੇਂ ਪਹਿਲਾਂ ਨੇ ਇਹਨਾਂ ਦੇ ਕੋਈ ਜੰਮਦੇ ਤਾਂ ਰਾਜ ਇਹ ਵੀ ਨਹੀਂ ਬਣ ਗਏ ਹੈ, ਜਿਹੜੇ ਅੱਜ ਦੇ ਆਪਣੇ ਪੰਜਾਬ ਦੇ ਨੇ ਬਾਦਲ ਕਹਿ ਦਿੰਦੇ ਤੁਸੀਂ, ਕਰੀ ਤਾਂ ਇਹਨਾਂ ਦੇ ਪੁਰਖੇ ਨੇ ਖੇਤੀ ਹੋਊਗੀ, ਬਾਦੋਂ ਦੱਲੇ ਨੇ, ਤੁਸੀਂ ਆਪਾਂ ਐਂ ਕਹਿ ਸਕਦੇ ਹਾਂਗੇ। ਕੈਪਟਨ ਹੈ ਉਹ ਰਾਜਿਆਂ ਦਾ ਸੀ, ਉਹ ਵੀ ਕੀ ਆ ਅੰਗਰੇਜ਼ਾਂ ਕੋਲ ਬੈਕੀ ਰਾਜਾ ਬਣਿਆ, ਉਹ ਐਡੀ ਕੋਈ ਰਾਜ ਵਾਲੀ ਉਹ 'ਚ ਗੱਲ ਵੀ ਨਹੀਂ ਸੀ। ਪਰ ਵੀਰ ਮੇਰਾ, ਮੈਂ ਗੱਲ ਇਹ ਕਹਿ ਰਿਹਾ ਵੀ ਪੁਸ਼ਤਾਂ ਦੇ ਪੁਸ਼ਤਾਂ ਪੀੜ੍ਹੀ ਦਰ ਪੀੜ੍ਹੀ ਇਹ ਰਾਜ ਭਾਗ ਭੋਗਦੇ ਆਏ ਨੇ। ਅੱਜ ਬਾਦਲ ਤੇ ਕੱਲ ਕੈਪਟਨ ਤੇ ਅੱਜ ਬਾਦਲ। ਅਸੀਂ ਉਹ ਫੇਰ ਬਦਲ ਕਿਉਂ ਨਹੀਂ ਕਰ ਸਕੇ? ਉਹੀ ਹਾਲ ਭਾਰਤ ਦੀ ਸਿਆਸਤ ਦਾ ਆ। ਠੀਕ ਹੈ, ਭਾਜਪਾ ਕਾਂਗਰਸ ਭਾਜਪਾ ਪਰਿਵਾਰ ਹੀ ਆ। ਗਾਂਧੀ ਹੋ ਗਿਆ, ਠੀਕ ਹੈ, ਉਧਰ ਕਦੀ ਮੋਦੀ ਆ ਗਿਆ ਤੇ ਕਦੀ ਜੋਗੀ ਆ ਗਿਆ। ਅਸੀਂ ਇਹਦੇ ਵਿੱਚ ਉਲਝ ਕੇ ਕਿਉਂ ਰਹਿ ਗਏ ਹਾਂ? ਕਿਉਂ ਅਸੀਂ ਆਪਣੇ ਕਿਸਾਨਾਂ ਦੇ ਵਿੱਚੋਂ ਅਜਿਹੀ ਇੱਕ ਸੰਘਰਸ਼ ਨੂੰ ਨਹੀਂ ਕੱਢਿਆ? ਤੇ ਮੈਨੂੰ ਇਹ ਲੱਗਦਾ ਹੈ, ਪਰਸਨਲੀ ਮੇਰੀ ਇਹ ਥਿੰਕਿੰਗ ਹੈ, ਕਿਸਾਨ ਜਥੇਬੰਦੀਆਂ ਅੱਗੇ ਬੇਨਤੀ ਹੈ ਵੀ ਇਹ ਜਿਹੜਾ ਆਪ ਮੁਹਾਰੇ ਸੰਘਰਸ਼ ਉਸ ਪਰਮਾਤਮਾ ਦੀ ਕਲਾ ਦੇ ਨਾਲ ਵਰਤਿਆ ਹੈ, ਇਹ ਨੌਜਵਾਨੀ ਜਿਹੜੀ ਅੱਜ ਪਹੁੰਚੀ ਹੈ ਦਿੱਲੀ ਦੀ ਹਿੱਕ ਤੇ, ਇਸ ਸੰਘਰਸ਼ ਦੀ ਬਹੁਤ ਵੱਡੀ ਪ੍ਰਾਪਤੀ ਹੈ ਕਿ ਪੂਰਾ ਪੰਜਾਬ, ਹਰਿਆਣਾ ਪੰਜਾਬੀ ਬੋਲਦਾ ਮਹਾਂ ਪੰਜਾਬ ਇਕਜੁੱਟ ਇੱਕ ਮੁੱਠ ਹੋ ਗਿਆ। ਜਿੰਨੇ ਪਾੜ ਇਹਨਾਂ ਗੰਦੀਆਂ ਸਿਆਸਤਦਾਨਾਂ ਨੇ ਪਾਏ ਸੀ ਉਹ ਪਾੜ ਦੂਰ ਹੋ ਗਏ। ਪਰ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਜਿੱਤ ਤੋਂ ਬਾਅਦ 18 ਵਾਰ ਦਿੱਲੀ ਪਹਿਲਾਂ ਜਿੱਤੀ, 19 ਵਾਰ ਅਸੀਂ ਜਿੱਤ ਚੁੱਕੇ ਹਾਂ। ਪ੍ਰਾਪਤੀਆਂ ਹੋਰ ਸਾਡੀਆਂ ਕਿਸਾਨ ਜਥੇਬੰਦੀਆਂ ਕਰਦੀਆਂ ਕੀ ਨੇ? ਤੇ ਸਭ ਤੋਂ ਵੱਡੀ ਪ੍ਰਾਪਤੀ ਇਹ ਹੋਵੇਗੀ ਕਿ ਇਹ ਮੋਰਚਾ ਅਸੀਂ ਜਿੱਤ ਕੇ ਵਾਪਸ ਜਦੋਂ ਪੰਜਾਬ ਜਾਂਦੇ ਹਾਂ ਤੇ ਉਸ ਤੋਂ ਬਾਅਦ ਅਸੀਂ ਆਪਣੇ ਨੌਜਵਾਨ ਚੰਗੇ ਸੁਹਿਰਦ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਉਹਨਾਂ ਦੀ ਨਿਸ਼ਾਨਦੇਹੀ ਕਰੀਏ। ਮੈਂ ਪਹਿਲਾਂ ਵੀ ਸ਼ੋਅਜ਼ ਦੇ ਵਿੱਚ ਇਹ ਗੱਲ ਕਹੀ ਹੈ, ਕਿਹੜਾ ਬੱਚਾ ਸਾਡਾ ਐਮਐਲਏ ਬਣਨ ਦੇ ਕਾਬਿਲ ਹੈ, ਕਿਹੜਾ ਐਮਪੀ ਬਣਨ ਦੇ ਕਾਬਿਲ ਹੈ, ਕਿਹੜਾ ਐਮਸੀ ਬਣਨ ਦੇ ਕਾਬਿਲ ਹੈ, ਕਿਹੜਾ ਸਾਡੇ ਸਰਪੰਚ ਬਣਨ ਦੇ ਕਾਬਿਲ ਹੈ। ਛੋਟੀ ਪੋਸਟ ਤੋਂ ਲੈ ਕੇ ਵੱਡੀ ਪੋਸਟ ਤੱਕ ਕਿਉਂ ਨਹੀਂ ਅਸੀਂ ਛਾਂਟਦੇ? ਅਸੀਂ ਮਿੱਟੀ ਨਾਲ ਮਿੱਟੀ ਹੋਣਾ ਜੇ ਜਾਣਦੇ ਹਾਂ। ਸਾਡੇ ਬੱਚੇ ਪੜ੍ਹ ਲਿਖ ਕੇ ਆਪ ਕਿਸਾਨਾਂ ਵਾਸਤੇ ਅੱਜ ਆਈਟੀ ਸੈੱਲ ਖੜਾ ਕਰ ਸਕਦੇ ਨੇ। 10-10 ਹਜ਼ਾਰ ਬੰਦਿਆਂ ਨੂੰ ਆਨਲਾਈਨ ਜੇ ਤੁਹਾਡੀਆਂ ਇੰਟਰਵਿਊਜ਼ ਉਹਨਾਂ ਦੇ ਰੂਬਰੂ ਕਰ ਸਕਦੇ ਨੇ। ਇੰਡੀਅਨ ਗਵਰਨਮੈਂਟ ਦੇ ਆਈਟੀ ਸੈੱਲ ਨੂੰ ਜੇ ਕਿਸਾਨਾਂ ਦਾ ਆਈਟੀ ਸੈੱਲ ਚੈਲੰਜ ਕਰ ਸਕਦਾ ਹੈ ਤਾਂ ਇੰਡੀਅਨ ਗਵਰਨਮੈਂਟ ਨੂੰ ਕਿਸਾਨਾਂ ਦੀ ਗਵਰਨਮੈਂਟ ਚੈਲੰਜ ਕਿਉਂ ਨਹੀਂ ਕਰ ਸਕਦੀ? ਮੈਂ ਸਿਰਫ ਇੰਨਾ ਕਹਿਣਾ ਚਾਹਾਂਗਾ, ਮੇਰੀ ਆਪਣੀ ਦਿਲ ਦੀ ਇਹ ਖੁਆਇਸ਼ ਹੈ। ਤੁਸੀਂ ਮਤਲਬ ਇਹ ਚੀਜ਼ਾਂ ਜ਼ਹਿਨ ਦੇ ਵਿੱਚ ਨਹੀਂ ਆ, ਕਿਉਂਕਿ 50 ਸਾਲਾਂ ਤੋਂ ਸਾਡੇ ਬਜ਼ੁਰਗ ਮਿੱਟੀ ਨਾਲ ਮਿੱਟੀ ਹੁੰਦੇ ਆਏ ਨੇ। 50 ਸਾਲਾਂ ਤੋਂ ਆਪਣੀਆਂ ਮੰਗਾਂ ਤੱਕ ਹਮੇਸ਼ਾ ਲੜਦੇ ਰਹੇ ਨੇ। ਇਹਨਾਂ ਸਰਕਾਰਾਂ ਹੱਕਾਂ ਤੱਕ ਪਹੁੰਚੇ ਨਹੀਂ ਆ। ਪਹਿਲੀ ਵਾਰ ਐਸਾ ਹੋਇਆ ਆ ਕਿ ਮੰਗਾਂ ਤੋਂ ਅੱਗੇ ਹੱਕਾਂ ਤੱਕ ਪਹੁੰਚਣ ਦੀ ਉਹਨਾਂ ਨੇ ਸੋਚੀ ਹੈ। ਕੁਛ ਤਾਂ ਆਪਾਂ ਨੂੰ ਮੰਗਣਾ ਵੀ ਨਹੀਂ ਸੀ ਆਉਂਦਾ। ਆਪਣੇ ਕਈ ਇੱਥੇ ਬਜ਼ੁਰਗ ਇਹਨਾਂ ਨੂੰ 67 ਦਾ ਸੂਚਕਾਂਕ ਨਹੀਂ ਪਤਾ। ਬਜ਼ੁਰਗ ਇੱਥੇ ਨੌਜਵਾਨ ਖੜੇ ਨੇ, ਕਿਸੇ ਨੂੰ ਪੁੱਛੋ 67 ਦਾ ਸੂਚਕਾਂਕ ਕੀ? ਆਪਣੇ 67 ਦਾ ਸੂਚਕਾਂਕ ਨਹੀਂ ਪਤਾ। 67 ਦੇ ਸੂਚਕਾਂਕ ਦੇ ਹਿਸਾਬ ਨਾਲ ਆਪਣੀਆਂ ਫਸਲਾਂ ਵੇਚਣ ਆਪਾਂ ਕਿਉਂ ਭੁੱਖੇ ਮਰੀਏ? ਆਪਾਂ ਕਿਉਂ ਨਹੀਂ ਆਪ ਨੂੰ ਰੇਟ ਮਿਲੂਗਾ? ਆਪਾਂ ਐਮਐਸਪੀ ਰੋਈ ਜਾਂਦੇ ਹਾਂ, ਐਮਐਸਪੀ ਕਰੀ ਜਾਂਦੇ। ਤੁਸੀਂ ਕਹੋ ਸਾਨੂੰ ਸਟੇਜਾਂ ਤੇ ਬੋਲੋ 67 ਦਾ ਸੂਚਕਾਂਕ ਚਾਹੀਦਾ। 67 ਦਾ ਸੂਚਕਾਂਕ ਤੇ ਕਿਸੇ ਨੌਜਵਾਨ ਨੂੰ ਪੁੱਛ ਲਓ, ਦੱਸ ਕੇ ਤਾਂ ਮੈਨੂੰ ਕਹਿ ਦਿਓ। ਅੱਜ ਕੱਲ੍ਹ ਬਾਬਾ ਜੀ ਖੜੇ ਆ, ਇਹਨਾਂ ਦੇ ਹੱਕ ਬਣਦਾ ਦੱਸਣ ਦਾ, ਦੱਸ ਹੀ ਨਹੀਂ ਰਹੇ। ਪਤਾ ਨਹੀਂ ਕਿਉਂ ਇਹਨਾਂ ਦੀ ਗਲਤੀ ਹੈ, ਕਿਉਂਕਿ ਐਜੂਕੇਸ਼ਨ ਦੀ ਘਾਟ ਹੈ ਨਾ। ਉਹ ਚੀਜ਼ ਕਿਸੇ ਨੇ ਇਹਨਾਂ ਨੂੰ ਪ੍ਰੋਵਾਈਡ ਨਹੀਂ ਕਰਵਾਈ। ਹੁਣ ਮੋਦੀ ਨੇ ਜਿੱਦਾਂ ਕਿਹਾ 4 ਦਿਨ ਪਹਿਲਾਂ ਕਿ ਅਸੀਂ ਤਾਂ ਜੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰ ਦਿੱਤੀ ਸੀ। ਕਿਸਾਨ ਜਥੇਬੰਦੀਆਂ ਨੇ ਇੱਕ ਆਗੂ ਦੀ ਮੈਂ ਇੰਟਰਵਿਊ ਦੇਖੀ ਸੀ, ਕਾਊਂਟਰ ਅਟੈਕ ਉਹਨਾਂ ਨੇ ਕੀਤਾ, ਬਹੁਤ ਵਧੀਆ ਕੀਤਾ। ਇੱਕ ਸਵਾਲ ਦੇ ਨਾਲ ਖਿੱਚ ਕੇ 10-10 ਮੋਦੀ ਦੇ ਚਪੇੜਾਂ ਉਹਨਾਂ ਨੇ ਮਾਰੀਆਂ ਹੋਣਗੀਆਂ ਵੀ ਅਗਰ ਤੁਸੀਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਹੈ ਸਾਨੂੰ ਨੋਟੀਫਿਕੇਸ਼ਨ ਤਾਂ ਦਿਓ। ਹੁਣ ਇਹ ਆਗੂ ਉਹ ਆਗੂ ਨਹੀਂ ਰਹਿ ਗਏ ਜਿਹਨਾਂ ਨੂੰ ਤੁਸੀਂ ਸੋਚਦੇ ਸੀ ਕਿ ਖਾਤਿਆਂ 'ਚ ਅਗਰ 200-200 400-400 ਰੁਪਇਆ ਤੁਸੀਂ ਟ੍ਰਾਂਸਫਰ ਕਰਤਾ ਤੇ ਅੰਗੂਠੇ ਲਾ ਕੇ ਆ ਗਏ, ਠੀਕ ਹੈ, ਦੇਖਣ ਬਹਿ ਗਏ ਆ। ਇਹ ਹੁਣ ਉਹਨਾਂ ਦੀਆਂ ਪੀੜ੍ਹੀਆਂ ਨੇ ਅਗਲੀਆਂ, ਜਿਹੜੀਆਂ ਪਨੀਰੀਆਂ ਪੜ੍ਹ ਲਿਖ ਕੇ ਸੂਝਵਾਨ ਹੋ ਗਈਆਂ ਨੇ, ਜਿਹਨਾਂ ਨੂੰ ਆਰਟੀਕਲਸ ਵੀ ਬਹੁਤ ਚੰਗੀ ਤਰ੍ਹਾਂ ਪਤਾ ਹੈ, ਲਾਅ ਵੀ ਬਹੁਤ ਚੰਗੀ ਤਰ੍ਹਾਂ ਪਤਾ ਹੈ, ਕਲੌਜ਼ ਤੇ ਫਲੌਜ਼ ਵੀ ਬਹੁਤ ਚੰਗੀ ਤਰ੍ਹਾਂ ਪਤਾ ਹੈ। ਆਪਣੇ ਆਪ ਇਹ ਸੁਹਿਰਦ ਹੋ ਗਏ ਨੇ ਤੇ ਇਹ ਆਪਣੇ ਬਜ਼ੁਰਗਾਂ ਨੂੰ ਸੁਹਿਰਦ ਕਰਨਾ ਜਾਣਦੇ ਨੇ। ਪਰ
ਉਹਨਾਂ ਦਾ ਓਟ ਆਸਰਾ ਲੈ ਕੇ ਉਹਨਾਂ ਦੀ ਛਾਂ ਦੇ ਵਿੱਚ ਤੁਰਨਾ ਪਸੰਦ ਕਰਦੇ ਨੇ। ਇਸ ਕਰਕੇ ਅੱਜ ਵੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਹੀ ਮੋਢੀ ਬਣਾਇਆ ਹੈ। ਉਹਨਾਂ ਦੇ ਇੱਕ ਫੈਸਲੇ ਦਾ ਸਿਰਫ ਇੰਤਜ਼ਾਰ ਹੈ ਇਹਨਾਂ ਨੌਜਵਾਨਾਂ ਨੂੰ। ਜੇਕਰ ਉਹਨਾਂ ਨੇ ਇੱਕ ਵਾਰ ਕਹਿਤਾ ਕਿ ਦਿੱਲੀ ਵੱਲ ਨੂੰ ਤੁਰਨਾ ਆ ਤਾਂ ਇਹਨਾਂ ਨੌਜਵਾਨਾਂ ਨੇ ਸੁਣਨਾ ਨਹੀਂ ਹੈ, ਇਹਨਾਂ ਨੇ ਜਥੇਬੰਦੀਆਂ ਦੀ ਗੱਲ ਮੰਨਣੀ ਹੈ। ਤੇ ਫਿਰ ਦਿੱਲੀ ਨੂੰ ਸਾਹ ਨਹੀਂ ਆਣਾ। ਤੇ ਮੈਂ ਇਹ ਕਹਿਣਾ ਕਿ ਨਵੇਂ ਸਾਲ ਤੋਂ ਪਹਿਲਾਂ ਦਿੱਲੀ ਜੇ ਫੈਸਲਾ ਲੈ ਲੈਂਦੀ ਹੈ ਬਹੁਤ ਵਧੀਆ, ਨਹੀਂ ਤਾਂ ਸਾਰਾ ਪੰਜਾਬ ਨਵਾਂ ਸਾਲ ਮਨਾਉਣ ਵਾਸਤੇ ਇਸ ਵਾਰ ਦਿੱਲੀ ਦੇ ਹਿੱਕ ਤੇ ਆਉਣ ਨੂੰ ਤਿਆਰ ਆ। ਹੋਰ ਕੋਈ ਮੈਸੇਜ ਦੇਣਾ ਚਾਹੁੰਦੇ ਹੋ? ਅਸੀਂ ਤਾਂ ਬਸ ਇੰਨਾ ਹੀ ਮੈਸੇਜ ਹੈ, ਤੁਸੀਂ ਸਾਡੇ ਹੱਕ ਬਣਦੇ ਦਿਓ, ਸਾਨੂੰ 67 ਦਾ ਸੂਚਕਨਾਮਾ ਦਿਓ। ਪਹਿਲੀ ਗੱਲ ਤਾਂ ਅਸੀਂ ਇਹੀ ਕਹਿਣੇ ਹੈਗੇ, ਸਾਨੂੰ 67 ਦਾ ਸੂਚਕਨਾਮਾ ਮਿਲੇ। ਅਸੀਂ ਕੋਈ ਸੋਥੋਂ ਐ ਨਹੀਂ ਕਹਿੰਦੇ ਵੀ ਸਾਨੂੰ ਇਹਦਾ ਵੀ ਰੇਟ ਇੰਨਾ ਵਾਧਾ ਹੋ ਜਾਂ ਇੰਨਾ ਘਟਾਓ, ਸਾਨੂੰ 67 ਦੇ ਸੂਚਕ ਸਾਹਮਣੇ ਰੇਟ ਦਿਓ। ਅਸੀਂ ਕੋਈ ਸੋਥੋਂ ਮੰਗ ਨਹੀਂ ਕਰਦੇ ਸਾਨੂੰ ਵੀ ਭਾਈ ਇਹ ਤੇ ਇੰਨਾ ਚਾਹੀਦਾ, ਇਹ ਤੇ ਇੰਨਾ ਪਰਸੈਂਟੇਜ ਚਾਹੀਦਾ, ਸਾਨੂੰ ਕੁਝ ਨਹੀਂ ਮੰਗ ਕਰਦੇ। ਅਸੀਂ DAP ਯੂਰੀਆ ਜਿੰਨਾ ਵੀ ਅਸੀਂ ਉਨੇ ਰੇਟ ਨਾਲ ਲਵਾਂਗੇ। ਸਾਨੂੰ 67 ਦੇ ਸੂਚਕ ਅੰਕ ਨਾਲ ਸਭ ਕੁਝ ਰੇਟ ਮਿਲੋ, ਸਾਨੂੰ ਕੁਝ ਨਹੀਂ ਚਾਹੀਦਾਗਾ। 67 ਦਾ ਸੂਚਕ ਅੰਕ ਤੁਸੀਂ ਕਹਿ ਰਹੇ ਹੋ, ਇੱਕ ਵਾਰ ਮੈਂ ਜ਼ਰੂਰ ਚਾਹਾਂਗਾ, ਵੀਰ ਵੀ ਕਹਿ ਰਿਹਾ ਵੀ ਤੁਸੀਂ ਕਲੀਅਰਲੀ ਥੋੜਾ ਐਕਸਪਲੇਨ ਕਰੋ ਕੀ ਚੀਜ਼ ਹੈ ਕੀ ਨਹੀਂ ਹੈ। ਜਿਹੜਾ 67 ਦਾ ਸੂਚਕ ਅੰਕ ਆ ਜੀ, ਜਿਸ ਟਾਈਮ ਇਹ ਬਣਿਆ ਸੀ 67 ਦੇ ਵਿੱਚ ਜਿਹੜੀ ਕਣਕ ਦਾ 1 ਕਿਲੋ ਦਾ ਰੇਟ ਸੀ ਉਹ 62 ਪੈਸੇ ਸੀ, 65 ਪੈਸੇ ਸੀ, ਔਰ ਡੀਜ਼ਲ ਦਾ 1 ਲੀਟਰ ਦਾ ਤੇਲ 62 ਪੈਸੇ ਸੀ। ਅੱਜ ਜੇ ਇੱਕ 62 ਪੈਸੇ ਤੋਂ ਤੇਲ 75 ਰੁਪਏ ਹੋ ਸਕਦਾ ਤਾਂ ਜਿਹੜੀ ਸਾਡੀ ਕਣਕ ਆ ਉਹ 65 ਪੈਸੇ ਤੋਂ 100 ਰੁਪਏ ਕਿਲੋ ਹੋਊਗੀ। ਸਾਨੂੰ ਕਿਸੇ ਸਬਸਿਡੀ ਦੀ ਲੋੜ ਨਹੀਂ, ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ। ਜੇ ਸਾਨੂੰ 67 ਦੇ ਸੂਚਕ ਅੰਕ ਨਾਲ ਜੋੜਿਆ ਜਾਵੇ, ਅਸੀਂ ਕਿਉਂ ਸਬਸਿਡੀਆਂ ਮੰਗੀਏ? ਸਾਨੂੰ ਤਾਂ ਕਿਸੇ ਚੀਜ਼ ਦੀ ਜ਼ਰੂਰਤ ਹੀ ਨਹੀਂ, ਅਸੀਂ ਤਾਂ ਇਹਨਾਂ ਨੂੰ ਵੰਡਾਂਗੇ। ਜੇ ਗਰੀਬਾਂ ਨੂੰ ਇਹ ਕਹਿੰਦੇ ਆ ਵੀ ਰੇਟ 100 ਰੁਪਇਆ ਵੱਧ ਲੱਗਦਾ ਤਾਂ ਫਿਰ ਇਹ ਉਹਨਾਂ ਨੂੰ ਸਬਸਿਡੀਆਂ ਤੇ ਕਣਕ ਗਰੀਬਾਂ ਨੂੰ ਦੇਣ, ਕੋਈ ਗੱਲ ਨਹੀਂ ਜੀ, 2 ਰੁਪਏ ਦੇਣ, 1 ਰੁਪਏ ਦੇਣ, ਫ੍ਰੀ ਦੇਣ। ਪਰ ਕਿਸਾਨ ਦਾ ਜੋ ਹੱਕ ਬਣਦਾ ਉਸ ਟਾਈਮ ਦਾ 65 ਪੈਸੇ ਦੇ ਹਿਸਾਬ ਨਾਲ ਡੀਜ਼ਲ 75 ਪੈਸੇ, 62 ਪੈਸੇ ਦੇ ਹਿਸਾਬ ਨਾਲ ਡੀਜ਼ਲ 75 ਰੁਪਏ ਤੇ ਜਾ ਸਕਦਾ ਤਾਂ 65 ਪੈਸੇ ਕਣਕ ਦਾ ਕਿਲੋ ਦਾ ਰੇਟ ਅੱਜ 100 ਰੁਪਏ ਤੋਂ ਉੱਪਰ ਹੋਣਾ ਚਾਹੀਦਾ। ਸਾਨੂੰ ਉਹ ਹੱਕ ਮਿਲ ਜੇ, ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੀ ਨਹੀਂ। ਗੱਲ ਤਾਂ ਉਹੀ ਹੈ ਨਾ ਵੀਰ, ਵੀ ਇਹ ਹੱਕ ਤਾਂ ਹਮੇਸ਼ਾ ਇਹਨਾਂ ਨੇ ਮਾਰਨੇ ਸਿੱਖੇ ਆ, ਆਪਣੇ ਘਰ ਭਰਨੇ ਸਿੱਖੇ ਆ, ਜਿਹੜੇ ਵਾਸਤੇ ਅੱਜ ਸਾਡੀਆਂ ਅੱਖਾਂ ਖੁੱਲ ਗਈਆਂ ਨੇ। ਬਹੁਤ ਚੰਗਾ ਹੋਇਆ, ਬਹੁਤ ਸਹੀ ਸਮੇਂ ਤੇ ਖੁੱਲੀਆਂ ਨੇ। ਹੁਣ ਘੱਟੋ ਘੱਟ ਸਾਡੇ ਬਜ਼ੁਰਗਾਂ ਨੇ ਜਿੰਨਾ ਹਾੜ ਹੰਡਾਣਾ ਸੀ ਹੰਡਾ ਲਿਆ। ਸਾਡੀਆਂ ਆਉਣ ਵਾਲੀਆਂ ਨਵੀਆਂ ਪੀੜ੍ਹੀਆਂ, ਨਵੀਆਂ ਪਨੀਰੀਆਂ ਨੂੰ ਸੁੱਖ ਦਾ ਸਾਹ ਆਏਗਾ। ਬੇਸ਼ੱਕ ਸਮਾਂ ਲੱਗੇਗਾ, ਉੱਤੇ ਜ਼ਾਇਆ ਹੋਏਗਾ। ਸਾਨੂੰ ਨਵੀਆਂ ਰਣਨੀਤੀਆਂ, ਨਵੀਆਂ ਰਾਜਨੀਤੀਆਂ ਖੜੀਆਂ ਕਰਨੀਆਂ ਪੈਣਗੀਆਂ। ਪੰਜਾਬ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਹੋਈ ਹੈ, ਭਾਰਤ ਤੱਕ ਇਹ ਮੁਹਿੰਮ ਲੈ ਕੇ ਜਾਵਾਂਗੇ, ਕਿਉਂਕਿ ਸ਼ਾਇਦ ਬਿਹਾਰ ਵਾਲਾ ਹਾਲ, UP MP ਵਾਲਾ ਹਾਲ ਪੰਜਾਬ ਦਾ, ਹਰਿਆਣੇ ਦਾ ਵੀ ਹੁੰਦਾ ਜੇਕਰ ਕਿਸਾਨਾਂ ਦੇ ਜ਼ਮੀਰ ਮਰੇ ਹੁੰਦੇ। ਪਰ ਪੰਜਾਬ ਹਰਿਆਣੇ ਦੇ ਪੰਜਾਬੀ ਬੋਲਦੇ ਇਲਾਕਿਆਂ ਦੇ ਖਾਸ ਕਰਕੇ ਜਿੰਨੇ ਵੀ ਇਨਸਾਨ ਹੈ ਨੇ, ਕਿਸਾਨ ਹੈ ਨੇ, ਉਹ ਜਾਗਦੀਆਂ ਜ਼ਮੀਰਾਂ ਵਾਲੇ ਰਹੇ ਨੇ। ਚਾਹੇ ਹਿੰਦੂ ਨੇ, ਮੁਸਲਮਾਨ ਨੇ, ਸਿੱਖ ਨੇ, ਈਸਾਈ ਨੇ, ਬੋਧੀ ਨੇ, ਚੈਨੀ ਨੇ, ਉਹਨਾਂ ਨੇ ਕਦੀ ਆਪਣੇ ਜ਼ਮੀਰ ਦਾ ਸੌਦਾ ਨਹੀਂ ਕੀਤਾ। ਹਾਂ, ਕੁਝ ਕੀ ਗਿਣਤੀ ਦੇ ਵਿੱਚ ਹੋਣਗੇ ਜਿਹੜੇ ਕੁਰਸੀਆਂ ਪਿੱਛੇ, ਵੋਟਾਂ ਪਿੱਛੇ, ਨੋਟਾਂ ਪਿੱਛੇ, ਦਾਰੂ ਦੀਆਂ ਬੋਤਲਾਂ ਪਿੱਛੇ ਵਿਕ ਗਏ ਹੋਣਗੇ, ਪਰ ਉਹ ਕੁਝ ਨੇ ਗਿਣਤੀ ਦੇ। ਬਹੁਤਾਤ ਗਿਣਤੀ ਉਹਨਾਂ ਦੀ ਹੈ ਜਿਹੜੇ ਹੱਕ ਸੱਚ ਵਾਸਤੇ ਜੂਝਣਾ ਜਾਣਦੇ ਨੇ, ਲੜਨਾ ਜਾਣਦੇ ਨੇ, ਮਰਨਾ ਜਾਣਦੇ ਨੇ। ਤੇ ਇਹ ਉਹੀ ਨੇ, ਤੇ ਉਹੀ ਇੱਥੇ ਆ ਕੇ ਖੜੇ ਨੇ ਦਿੱਲੀ ਦੀ ਹਿੱਕ ਤੇ, ਜਿਹੜੇ ਲੜਨਾ ਜਾਣਦੇ ਨੇ, ਜੂਝਣਾ ਜਾਣਦੇ ਨੇ, ਹੱਕ ਪਿਆਰ ਦੇ ਨਾਲ ਪਹਿਲਾਂ ਮੰਗਣਾ ਜਾਣਦੇ ਨੇ। ਜੇ ਪਿਆਰ ਨਾਲ ਨਹੀਂ ਦਊਂਗੇ ਫਿਰ ਦੇਖ ਤੇਗ ਫਤਿਹ ਕਰਨਾ ਜਾਣਦੇ ਨੇ। ਬਾਪੂ ਜੀ ਇੱਕ ਨਾਲ ਮੇਰੇ ਖੜੇ ਨੇ, ਬੜੀ ਦੇਰ ਦਾ ਇਹ ਕੁਝ ਬੋਲਣ ਦੀ ਕੋਸ਼ਿਸ਼ ਕਰ ਰਹੇ ਨੇ। ਕੀ ਵਲਵਲਾ ਹੈ ਬਾਪੂ ਜੀ ਦਿਲ 'ਚ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਭਾਈ ਜੀ, ਇੱਕ ਰੇ ਸਪਰੇ ਦਾ ਤੁਸੀਂ ਆਪ ਦੇਖੋ ਵੀ ਰੇ ਸਪਰੇ ਕੀ ਰੇਟ ਆਉਂਦੀ ਸੀ ਜਦੋਂ ਮੈਂ ਕਿ ਹਿਸਾਬ ਦਾ ਸੀਗਾ 7.5 ਰੁਪਈਆਂ 'ਚ ਬਰਨਾਲੇ ਜਾ ਰਹਿੰਦਾ ਸੀ। ਅੱਜ ਡੀਜ਼ਲ ਨੂੰ 100 ਰੁਪਏ ਤੇ ਸਰਕਾਰ ਲੈ ਚੁੱਕੀ ਹੈ ਤੇ ਵੀ ਜੱਟ ਦਾ ਭਾਅ ਨਹੀਂ ਕਰ ਸਕਦਾ। ਬਾਣੀਆਂ ਆਪਦੇ ਲੀੜੇ ਦਾ ਉਹਦੀ ਕਹਿ ਦੂ ਮੇਰਾ ਤਾਂ ਭਾਈ 98 ਰੁਪਏ ਮੀਟਰ ਹੈ, ਭੁਗਦਾ ਲੈ ਜਾ, ਨਹੀਂ ਆਪਦੇ ਘਰ ਜਾ। ਕੋਈ ਗੱਲ ਨਹੀਂ ਜੀ, ਜੱਟ ਦੀ ਜੇ ਫਸਲੀ ਜੱਟ ਨੇ ਨਾ ਮੰਡੀ 'ਚ ਸੁੱਟੀ ਜਾਂ ਉਹਨੇ ਚੱਕਣ ਨਹੀਂ ਦਿੱਤੀ ਆੜਤੀਆਂ ਨੂੰ, ਤਾਂ ਉਸ ਤੋਂ ਬਾਅਦ ਫਿਰ ਲੀੜੇ ਲੈਣ ਬਾਣੀਆਂ ਦੀ ਦੁਕਾਨ ਤੇ ਵੀ ਕੌਣ ਜਾਊਗਾ? ਜੇ ਜੱਟ ਖੁਸ਼ ਆ, ਇਹ ਜੱਟ ਖੁਸ਼ ਆ, ਜ਼ਮੀਂਦਾਰ ਖੁਸ਼ ਆ, ਕਿਸਾਨ ਖੁਸ਼ ਆ, ਤਾਂ ਹੀ ਆਵਾਮ ਖੁਸ਼ ਹੈ। ਸਿੱਧੀ ਜੀ ਗੱਲ ਹੈ। ਤੇ ਜੇਕਰ ਨਹੀਂ ਹੈ ਖੁਸ਼ ਤਾਂ ਨਹੀਂ। ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਬਾਪੂ? ਨਹੀਂ, ਬਹੁਤ ਬਹੁਤ ਧੰਨਵਾਦ। ਆ ਪਿੱਛੇ ਕੁਝ ਵੀਰ ਮੇਰੇ ਗੱਡੀ ਦੇ ਅੰਦਰ ਬੈਠੇ ਹੋਏ ਨੇ ਟਰਾਲੀ ਦੇ ਵਿੱਚ ਚੜ੍ਹ ਕੇ, ਤੇ ਉਹਨਾਂ ਨਾਲ ਵੀ ਗੱਲ ਕਰਦੇ ਆ। ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਇਹ ਪਹੁੰਚੇ ਜ਼ਰੂਰ ਨੇ ਪਰ ਕੈਮਰੇ ਸਾਹਮਣੇ ਆਉਣ ਤੋਂ ਕਤਰਾਉਂਦੇ ਨੇ, ਡਰਦੇ ਨੇ ਗੱਲ ਕਰਨ ਤੋਂ। ਆ ਜਾਓ ਵੀਰ, ਥੋੜਾ ਨੇੜੇ ਆ ਜਾਓ ਤੁਸੀਂ। ਵਾਹਿਗੁਰੂ। ਹਾਂਜੀ, ਪਹਿਲਾਂ ਸਾਡੇ ਬੱਚੇ ਹਾਂਜੀ। ਦੀ ਬਾਤ ਕਰ ਲਓ ਜੀ। ਬੱਚੇ ਨਾਲ ਪਹਿਲਾਂ ਤਾਂ ਮੈਂ ਇਹ ਪੁੱਛਾਂ, ਪੁੱਤ ਉਮਰ ਕਿੰਨੀ ਹੈ ਤੇਰੀ?
14 ਸਾਲ ਦਾ ਜੀ। ਦਿੱਲੀ ਕਿਉਂ ਆਇਆ? ਆਪਦੇ ਹੱਕ ਵਾਪਸ ਲੈਣ ਵਾਸਤੇ ਜੀ। ਕਿਹੜੇ ਹੱਕ ਨੇ? ਜਿਹੜੇ ਮੋਦੀ ਨੇ ਕਾਲੇ ਕਾਨੂੰਨ ਕੀਤੇ ਆ ਉਹਨਾਂ ਉਹ ਵਾਪਸ ਲੈਣ ਵਾਸਤੇ। ਕਾਲੇ ਕਾਨੂੰਨਾਂ ਵਿੱਚ ਕੀ ਤੈਨੂੰ ਇਦਾਂ ਦਾ ਲੱਗਦਾ ਕਿ ਦਿੱਲੀ ਇੰਨੇ ਸਾਰਾ ਪੰਜਾਬ ਉੱਠ ਕੇ ਦਿੱਲੀ ਆ ਗਿਆ? ਕੀ ਲੱਗਦਾ ਕੀ ਸਾਨੂੰ ਕੀ ਡਰ ਆ ਕਾਲੇ ਕਾਨੂੰਨਾਂ ਤੋਂ? ਇਹ ਸਾਡੇ ਜ਼ਮੀਨਾਂ ਖੋਹਣ ਨੂੰ ਫਿਰਦੇ ਆ। ਜ਼ਮੀਨ ਸਾਡੀ ਮਾਂ। ਹੁਣ ਮੈਂ ਉਮੀਦ ਕਰਦਾ ਵੀ ਜੇਕਰ ਮੋਦੀ ਕੈਬਨਿਟ ਦਾ ਕੋਈ ਵੀ ਇਸ ਬੱਚੇ ਦੀ ਗੱਲ ਸੁਣ ਰਿਹਾ ਹੋਗਾ ਨਾ ਤਾਂ ਘੱਟੋ ਘੱਟ ਸੁਣ ਲਓ ਕਿ ਪੰਜਾਬ ਦੇ ਕਿਸਾਨ ਵਾਸਤੇ ਜ਼ਮੀਨ ਸਿਰਫ ਖੇਤੀ ਦਾ ਇੱਕ ਜ਼ਰੀਆ ਨਹੀਂ ਹੈ, ਕਮਾਈ ਦਾ ਇੱਕ ਜ਼ਰੀਆ ਨਹੀਂ ਹੈ। ਹਰ ਕਿਸਾਨ, ਪੰਜਾਬ ਦਾ ਹਰ ਬੱਚਾ ਜਿਹਦੇ ਨਾਮ ਤੇ ਇੰਚ ਵੀ ਜ਼ਮੀਨ ਹੈ ਨਾ, ਉਹ ਉਸ ਜ਼ਮੀਨ ਨੂੰ ਆਪਣੀ ਮਾਂ ਸਮਝਦਾ ਹੈ। ਤੇ ਜੇਕਰ ਤੁਸੀਂ ਕਿਸੇ ਦੀ ਮਾਂ ਤੇ ਹੱਥ ਪਾਉਣ ਜਾਓਗੇ ਨਾ ਤਾਂ ਫਿਰ ਉਸ ਦਾ ਹਸ਼ਰ ਕੀ ਹੁੰਦਾ ਹੈ, ਉਸ ਦੀ ਗਵਾਹੀ ਦੁਨੀਆ ਭਰ ਦੀ ਹੈ। ਤੇ ਤੁਸੀਂ ਉਹ ਹਰਕਤ ਕਰ ਚੁੱਕੇ ਹੋ। ਫਿਰ ਵੀ ਅਸੀਂ ਬੜੀ ਇੱਜ਼ਤ ਦੇ ਨਾਲ ਦਿੱਲੀ ਦੇ ਹਿੱਕ ਤੇ ਆ ਕੇ ਤੁਹਾਨੂੰ ਬੜੇ ਪਿਆਰ ਦੇ ਨਾਲ, ਨਿਮਰਤਾ ਦੇ ਨਾਲ, ਵਿਨਮਰਤਾ ਦੇ ਨਾਲ ਸਮਝਾ ਰਹੇ ਹਾਂ ਕਿ ਆਪਣੀ ਗਲਤੀ ਮੰਨ ਜੋ, ਬਿੱਲ ਰੱਦ ਕਰ ਦਿਓ, ਕਿਸਾਨਾਂ ਨੂੰ ਹੱਥ 'ਚ ਬੰਨ੍ਹ ਕੇ ਉਹਨਾਂ ਦੇ ਸਾਹਮਣੇ। ਨਹੀਂ ਤਾਂ ਇਹ ਨਵਾਂ ਸਾਲ ਦਿੱਲੀ ਦੀ ਹਿੱਕ ਤੇ ਐਸਾ ਮਨਾਇਆ ਜਾਣਾ ਆ ਕਿ ਸਾਰੀ ਦੁਨੀਆ ਵਿੱਚ ਚਰਚਾ ਹੋਣੀ ਹੈ, ਕਿਉਂਕਿ ਸਾਰਾ ਪੰਜਾਬ ਦਿੱਲੀ ਦੀ ਹਿੱਕ ਤੇ ਆ ਕੇ ਇਸ ਵਾਰ ਸੈਲੀਬ੍ਰੇਟ ਕਰੂਗਾ ਨਵਾਂ ਸਾਲ। ਕੀ ਕਹਿਣਾ ਆ ਹੋਰ ਪੁੱਤ, ਤੂੰ ਕੋਈ ਸੁਨੇਹਾ ਦੇਣਾ ਆ, ਕੁਝ ਕਹਿਣਾ ਆ? ਮੋਦੀ ਸਾਹਿਬ ਨੂੰ ਸਾਡੇ ਬਿੱਲ ਵਾਪਸ ਕਰ ਦਿਓ, ਨਹੀਂ ਫਿਰ ਅਸੀਂ ਨਵੇਂ ਸਾਲ ਤੇ ਉਹਨਾਂ ਦੇ ਦਿਲ 'ਚ ਪੈਰ ਧਰ ਲੈਣਾ। ਜ਼ੋਰ ਨਾ ਕਹੇ ਇੱਕ ਵਾਰ, ਇਹ ਮੈਨੂੰ ਬੜੀ ਵਧੀਆ ਲੱਗੀ ਗੱਲ। ਉਧਰ ਕੈਮਰਾ ਉਧਰ ਆ ਕੇ ਪੁੱਤ ਸਾਹਮਣੇ ਆ ਕੇ ਇੱਕ ਵਾਰ ਜ਼ੋਰ ਨਾ ਕਹਿ ਦੇ, ਧਿਆਨ ਨਾਲ ਸੁਣ ਲਓ ਮੋਦੀ ਸਾਹਿਬ ਕੀ ਕਹਿ ਰਹੇ ਆ। ਮੈਂ ਇਹੀ ਕਹਿਣਾ ਚਾਹੁੰਦਾ ਵੀ ਸਾਡੇ ਬਿੱਲ ਵਾਪਸ ਕਰ ਦਿਓ, ਨਹੀਂ ਅਸੀਂ ਦਿੱਲੀ ਦੀ ਹਿੱਕ ਤੇ ਪੈਰ ਧਰ ਲੈਣਾ ਨਵੇਂ ਸਾਲ ਤੇ। ਨਵੇਂ ਸਾਲ ਤੇ ਦਿੱਲੀ ਦੀ ਹਿੱਕ ਤੇ ਅਸੀਂ ਪੈਰ ਧਰ ਦੇਣਾ ਆ। ਬਿੱਲ ਨਹੀਂ ਤਾਂ ਕਰ ਦਿਓ ਤੁਸੀਂ ਰੱਦ। ਮਤਲਬ ਅਲਟੀਮੇਟਮ ਇੱਕ 14 ਸਾਲ ਦੇ ਬੱਚੇ ਨੇ ਮੋਦੀ ਸਰਕਾਰ ਨੂੰ ਦੇਤਾ ਵੀ 31 ਤਰੀਕ ਤੱਕ ਤੁਹਾਨੂੰ ਟਾਈਮ ਦਿੱਤਾ, 1 ਤਰੀਕ ਨੂੰ ਅਸੀਂ ਫੇ ਪੈਰ ਧਰ ਲੈਣਾ ਆ। ਫੇਰ ਨਾ ਮੱਛੀ ਵਾਂਗ ਤੜਪਿਓ, ਤੜਪਦੇ ਤਾਂ ਹੁਣੇ ਹੀ ਪਏ ਹੋ, ਸਾਹ ਲੈਣਾ ਵੀ ਔਖਾ ਹੋ ਜਾਣਾ ਫਿਰ ਤੁਹਾਡਾ। ਤੁਸੀਂ ਵੀਰ ਕੀ ਕਹੋਗੇ? ਅਸੀਂ ਤਾਂ ਇਹੀ ਕਰਾਂਗੇ ਜੀ। ਅੱਜ ਮੋਦੀ ਸਾਹਿਬ ਨੇ ਮੈਨੂੰ 2000 ਰੁਪਇਆ ਮੇਰੇ ਅਕਾਊਂਟ 'ਚ ਆ ਗਿਆ। ਪੈਸਿਆਂ ਦੀ ਸਾਨੂੰ ਕੋਈ ਲੋੜ 18,000 ਕਰੋੜ ਰੁਪਈਆ ਜਿਹੜਾ ਅੱਜ ਟ੍ਰਾਂਸਫਰ ਹੋਇਆ ਉਹਦੇ ਵਿੱਚ 2000 ਆਇਆ ਤੁਹਾਡੇ? ਆ ਗਿਆ ਜੀ 12 ਵਜੇ ਮੈਨੂੰ ਅੱਜ 12 ਵਜੇ 25 ਤਰੀਕ ਨੂੰ 2000 ਰੁਪਇਆ ਆ ਗਿਆ। ਇਹਦੀ ਸਾਨੂੰ ਕੋਈ ਲੋੜ ਨਹੀਂ। ਸਾਡੇ ਬਿੱਲ ਮਾਫ ਰੱਦ ਕਰਦੇ ਜੀ। ਸਾਡੀ ਮਾਂ ਆ ਗਈ ਜ਼ਮੀਨ, ਉਹ ਅਸੀਂ ਇੰਚ ਨਹੀਂ ਹਿੱਲਣ ਦਿੰਦੇ। ਚਾਹੇ ਅਡਵਾਨੀ ਆ, ਮਾਨੀ ਆ, ਚਾਹੇ ਮੋਦੀ ਆ, ਕੋਈ ਆ ਜੇ। ਅਸੀਂ ਮਰ ਗਏ ਤਾਂ ਫੇਰ ਇਹੋ ਪੈਰ ਧਰਨਗੇ, ਨਹੀਂ ਧਰ ਨਹੀਂ ਸਕਦੇ। 26 ਜਨਵਰੀ ਨੂੰ ਅਸੀਂ ਇੰਡੀਆ ਗੇਟ ਦੇ ਵਿੱਚ ਪ੍ਰਦਰਸ਼ਨ ਕਰਾਂਗੇ, ਆਪਦੇ ਟਰੈਕਟਰ ਟਰਾਲੀਆਂ ਲਿਜਾ ਕੇ ਕੇਸਰੀ ਝੰਡਾ ਚੜਾਵਾਂਗੇ। ਕੋਈ ਰੋਕ ਨਹੀਂ ਸਕਦਾ, ਕੋਈ ਹੱਕ ਦੇ ਝੰਡੇ ਤੇ ਕੋਈ ਨਹੀਂ ਮਾਰ ਸਕਦਾ ਝੰਡੇ ਦੇ ਡੰਡਾ। ਜੇ ਕਿਸੇ ਦਾ ਹੱਕ ਹੋਊਗਾ ਤਾਂ ਦੇਖ ਲਾਂਗੇ, ਅਸੀਂ ਖੋਣਗੇ ਸਾਥੋਂ। ਬਿਲਕੁਲ ਜੀ ਬਿਲਕੁਲ। ਹੁਣ ਇੱਕ ਚੀਜ਼ ਸੋਚਣ ਵਾਲੀ ਹੈ, 18,000 ਕਰੋੜ ਰੁਪਈਆ ਅੱਜ ਸਵੇਰੇ 12 ਵਜੇ ਆਨਲਾਈਨ ਟ੍ਰਾਂਸਫਰ ਕੀਤਾ ਮੋਦੀ ਸਾਹਿਬ ਨੇ। ਜੇ 25 ਦਸੰਬਰ ਨੂੰ ਕਿਸਾਨਾਂ ਦੇ ਬਾਰੇ ਇੰਨਾ ਹੀ ਮੋਦੀ ਸਾਹਿਬ ਸੋਚਦੇ ਨੇ ਤੇ 18,000 ਕਰੋੜ ਰੁਪਈਆ ਉਹਨਾਂ ਨੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਟ੍ਰਾਂਸਫਰ ਕੀਤਾ, ਤੇ ਸਾਨੂੰ ਸੋਚਣਾ ਚਾਹੀਦਾ ਹੈ ਕਿ ਕਿਸਾਨ ਤਾਂ ਸਾਰਾ ਭਾਰਤ ਦਾ ਦਿੱਲੀ ਦੀ ਹਿੱਕ ਤੇ ਬੈਠਿਆ ਆ ਕੇ ਉਰੇ ਸਟੇਜਾਂ ਲੱਗੀਆਂ ਹੋਈਆਂ ਨੇ ਕਿਸਾਨ ਜਥੇਬੰਦੀਆਂ। ਚਾਹੇ ਤੁਸੀਂ ਸਿੰਘੂ ਬਾਰਡਰ ਚਲੇ ਜਾਓ, ਚਾਹੇ ਤੁਸੀਂ ਕੋਂਡਲੀ ਚਲੇ ਜਾਓ, ਚਾਹੇ ਤੁਸੀਂ ਇਸ ਬਾਰਡਰ ਦੇ ਉੱਤੇ ਆ ਜਾਓ। ਮਤਲਬ ਦਿੱਲੀ ਦੀ ਹਿੱਕ ਨਾਲ ਜਿੰਨੇ ਬਾਰਡਰ ਲੱਗਦੇ ਨੇ ਸਾਰਿਆਂ ਦੇ ਮੋਰਚੇ ਲੱਗੇ ਆ, ਯੂਪੀ ਐਮਪੀ ਤੋਂ ਲੈ ਕੇ ਇੱਧਰ ਤੱਕ ਤਿੱਕਰੀ ਤੱਕ। ਜੇ ਜ਼ਮੀਰ ਤੁਹਾਡੇ ਥੋੜ੍ਹੇ ਜਿਹੇ ਵੀ ਜਾਗਦੇ ਨੇ ਨਾ, ਹਿੰਮਤ ਹੈਗੀ ਹੈ ਕਿਸਾਨਾਂ ਨਾਲ ਆ ਕੇ ਫੇਸ ਟੂ ਫੇਸ ਗੱਲ ਕਰੋ, ਤਕਲੀਫਾਂ ਸੁਣੋ, ਸਮਝੋ ਇੱਕ ਵਾਰ। ਜੇਕਰ ਵੱਡੇ ਬਿਜ਼ਨਸ ਘਰਾਣਿਆਂ ਦੀਆਂ ਕੰਜਰੀਆਂ ਬਣ ਕੇ ਤੁਸੀਂ ਸੰਸਦ ਦੇ ਅੰਦਰ ਨੱਚਣਾ ਆ ਤਾਂ ਫਿਰ ਇਹ ਕਿਸਾਨ ਤੁਹਾਡੇ ਘੁੰਗਰੂ ਖਿੱਚਣਾ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ। ਤੇ ਜਿੱਦਣ ਇਹ ਕਿਸਾਨਾਂ ਨੇ ਤੁਹਾਨੂੰ ਨਚਾਉਣਾ ਸ਼ੁਰੂ ਕੀਤਾ, ਉਦਣ ਫਿਰ ਤੁਹਾਡੇ ਪੈਰ ਨੱਚਣ ਜੋਗੇ ਵੀ ਨਹੀਂ ਰਹਿਣੇ, ਨਾ ਤੁਹਾਡੀ ਜ਼ੁਬਾਨ ਕੁਝ ਗਾਣ ਜੋਗੀ ਰਹਿਣੀ ਆ, ਨਾ ਤੁਹਾਡੇ ਹੱਥ ਤਾੜੀ ਬਜਾਉਣ ਜੋਗੇ ਰਹਿਣੇ ਨੇ। ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨਾ। ਹੋਰ ਤੁਸੀਂ ਵੀਰ ਕੁਝ ਬੋਲਣਾ ਚਾਹੁੰਦੇ ਹੋ? ਹੋਰ ਕਿਸੇ ਨੇ ਕੋਈ ਆਪਣੇ ਜ਼ਹਿਨ ਦੀ ਗੱਲ ਕਹਿਣੀ ਹੋਵੇ, ਕਰਨੀ ਹੋਵੇ? ਅਸੀਂ ਤਾਂ ਇਹ ਆ ਨਾ, ਜਦੋਂ ਮੋਦੀ 4 ਬੰਦਿਆਂ ਨੇ ਚੱਕ ਲਿਆ ਜੀ ਉਦੋਂ ਜਾਵਾਂਗੇ। ਜਦੋਂ
ਇੱਥੇ ਤੁਹਾਡਾ ਨਾ ਮੋਢਿਆਂ ਤੇ ਉਦੋਂ ਜਾਵਾਂਗੇ ਜੀ, ਉਹਨਾਂ ਤੱਕ ਜਾਂਦੇ ਨਹੀਂ ਗਏ। ਲਓ ਜੀ, ਬਾਪੂ ਕਹਿੰਦਾ ਜਦੋਂ ਤੱਕ ਮੋਦੀ ਦੀ ਅਰਥੀ ਨਹੀਂ ਚੱਕੀ ਜਾਂਦੀ ਉਦੋਂ ਤੱਕ ਅਸੀਂ ਉਰੇ ਬੈਠਾਂਗੇ, ਕਿਉਂਕਿ ਇਹਦਾ ਪਿੱਛੇ ਆਪਾਂ ਕਰਕੇ ਜਾਵਾਂਗੇ ਜੀ ਪੂਰਾ ਉਹਦਾ। ਮੋਦੀ ਨੂੰ ਕਹਦੇ ਹਾਂ ਜੀ, ਮੈਂ ਬਜ਼ੁਰਗ ਉਧਰ ਦੇਖ ਕੇ ਮੈਂ ਬਜ਼ੁਰਗ ਦੇਖੋ ਜੀ 70 ਸਾਲ ਦਾ ਗਾ, ਮੈਂ ਮੁੰਡੇ ਤੋਂ ਵਿਚਰ ਕੇ ਆਏਗਾ ਵੀ ਮੈਂ ਜਾਣਾ ਹੀ ਚੱਕ ਉੱਥੇ ਮੈਂ ਮਰ ਜਾਂ ਜੀ। ਨਾ ਬਾਪੂ ਐ ਨਹੀਂ ਮਰਨ ਦਿੰਦੇ, ਐਵੇਂ ਕਿੱਦਾਂ ਮਰ ਜਾਏਗਾ? ਹਾਂ ਜੀ ਹਾਂ, ਆਪਾਂ ਉਹਨੂੰ ਜੋ- ਮਾਰ ਕੇ ਫੇਰ ਹੀ ਮਰਾਂਗੇ ਜੀ। ਨਾ ਅਸੀਂ ਦੂਜੇ ਦੀ ਐ ਨਹੀਂ ਮੌਤ, ਇੰਨੀ ਛੇਤੀ ਮਰ ਗਿਆ ਤਾਂ ਫਿਰ ਤਾਂ ਸਾਰਾ ਕੁਝ ਖੇਡ ਹੀ ਖਤਮ। ਠੀਕ ਆ ਜੀ। ਅੱਡੀਆਂ ਰਗੜਨ ਤੇ ਉਹਨੂੰ। ਹਾਂ ਦੇਖ ਇਹ ਅਸੀਂ ਦਿੱਲੀ ਦੀ ਹਿੱਕ ਤੇ ਆ ਕੇ ਬਹਿ ਗਏ ਨਾ। ਦਿੱਲੀ ਦੇ ਹੱਕ ਤੇ ਬਹਿ ਗਏ ਜੀ। ਇਹ ਖਾਲਸਾ ਪਿੱਛੇ ਹਟਣ ਵਾਲੇ ਨਹੀਂ ਜੀ, ਇਹ ਗੁਰੂ ਗੋਬਿੰਦ ਸਿੰਘ ਦੇ ਵਾਰਸ ਆ ਸਾਰੇ। ਬਿਲਕੁਲ ਹਾਂ ਜੀ, ਇਹ ਪਿੱਛੇ ਹਟਣ ਵਾਲੇ ਨਹੀਂ ਕਿ ਸਿੱਖ ਕੌਮ ਆ ਜੀ, ਇਹ ਕੋਈ ਮਖੌਲ ਦੀ ਗੱਲ ਨਹੀਂ ਗੀ। ਹਾਂ, ਤੇ ਅਸੀਂ ਮਕਾਣਾ ਨਹੀਂ, ਅਸੀਂ ਤੜਪਾਣਾ ਆ। ਹੁਣ ਤੜਪਾਣਾ ਸ਼ੁਰੂ ਕਰਤਾ ਸੀ, ਤੇ ਹੁਣ ਇਹ ਦੇਖਦੇ ਆ ਕਿ ਮੱਛੀ ਤੜਪਦੀ ਕਦੋਂ ਤੱਕ, ਜਾਨ ਨਹੀਂ ਕੱਢਣੀ। ਜਦੋਂ ਜਾਨ ਨਿਕਲਣ ਵਾਲੀ ਹੋਗੀ ਚੱਕ ਕੇ ਫੇਰ ਪਾਣੀ 'ਚ ਸੁੱਟ ਦਾਂਗੇ। ਹਾਂ ਜੀ ਹਾਂ। ਠੀਕ ਹੈ ਜੀ। ਆ ਬਾਪੂ ਇੱਕ ਹੋਰ ਆ ਗਿਆ। ਹਾਂਜੀ ਹਾਂਜੀ ਮੋਦੀ ਸਾਹਿਬ ਜੀ, ਅਸੀਂ 18 ਗੇਲ ਦਿੱਲੀ ਜਿੱਤ ਕੇ ਗਿਆਂਗੇ, ਐਤਕੀ 19ਵੀਂ ਵਾਰ ਵੀ ਜਿੱਤਾਂਗੇ। ਇਹ ਭੁਲੇਖੇ ਕੱਢਦੇ ਵੀ ਜਿਹੜਾ ਤੂੰ ਬਾਪੂ 19 ਵਾਰ ਜਿੱਤ ਲਈ ਆ, ਹੋਰ ਕੁਝ ਹੋਰ ਨਹੀਂ ਜਿੱਤ ਕੇ ਵੀ ਜਾਵਾਂਗੇ। ਇਹ ਭੁਲੇਖੇ ਕੱਢਦੇ ਵੀ ਜਿਹੜਾ ਤੈਂ ਜੰਮੂ ਕਸ਼ਮੀਰ ਚ ਧਾਰਾ 35 ਤੋੜਤੀ, 35 70 ਤੋੜਤੀ, ਵੀ ਕੋਈ ਚੀਜ਼ ਨਹੀਂ ਨਿਕਲੀ। ਇਹ ਤੇਰਾ ਪੰਗਾ ਪੰਜਾਬ ਨਾਲ ਪਿਆਗਾ, ਕਿਸੇ ਐਰੇ ਗੈਰੇ ਨਾਲ ਨਹੀਂ ਪਿਆ। ਤੈਨੂੰ ਸਬਕ ਸਿਖਾ ਕੇ ਜਾਵਾਂਗੇ। ਮਾਂ ਦਾ ਪੁੱਤ ਹੈ, ਸਮਝਾ ਨਹੀਂ ਤੈਨੂੰ ਆਟੋਮੈਟਿਕ ਸਮਝਾ ਕੇ ਜਾਵਾਂਗੇ। ਹੁਣ ਤਾਂ ਜੀ ਇਹਦੇ ਦਾੜੀ ਵੀ ਵੱਧ ਗਈ, ਹੱਥ ਪਾਉਣ ਨੂੰ ਵਧੀਆ ਨਜ਼ਾਰਾ ਆਊਗਾ ਜੀ। ਸੁਣ ਲਓ ਕਿਸਾਨ, ਸਾਡੇ ਬਾਪੂਆਂ ਦੀਆਂ, ਸਾਡੇ ਭਰਾਵਾਂ ਦੀਆਂ ਸਕੀਮਾਂ ਕੀ ਨੇ। ਮੋਦੀ ਸਾਹਿਬ, ਤੂੰ ਦਾੜੀ ਵਾਲ ਵਧਾਏ ਸੀ ਆਪਣੇ ਆਪ ਨੂੰ ਕਿ ਮੇਰੀ ਸ਼ਕਲ ਰਵਿੰਦਰਨਾਥ ਟੈਗੋਰ ਵਰਗੀ ਲੱਗ ਜੇ। ਆ ਫੜ ਕੇ ਘੜੀਸਣ ਨੂੰ ਫਿਰਦੇ ਆ। ਉਹਦਾ ਫੂਕਿਆ ਜੀ ਉਹ ਜੀ, ਤੇ ਉਹਦੇ ਹੱਥ ਪਿਆ ਨਹੀਂਗਾ, ਕਿਉਂ ਉਹਦੇ ਪੈਂਦਾ ਨਹੀਂਗਾ, ਕਿਤੇ ਉਹ ਮਿਲ ਜੇ ਨਾ ਫੇਰ ਆ ਕਿਰਪਾ ਵਾਹਿਗੁਰੂ ਦੀ ਹੋਵੇ। ਹਾਂਜੀ ਹਾਂਜੀ, ਬੋਲੋ ਤੁਸੀਂ। देखो मोदी साहब ठीक हैं, लेकिन किन्ने प्रधानमंत्री हैं पहले पंगा ले लिया इन्हें मोदी ने। पहला जो प्रधानमंत्री हैं रोजी रोटी वो भी खाते हैं। ये ऐसा थोड़ा है भी 5 साल बाद फिर जीत गया तू सारा कुछ कर गया, भी तू किसानों के साथ पंगा क्यों लेना है? किसान एक ऐसी चीज़ है, एक ऊपर अन्नदाता परमात्मा है, नीचे धरती है, अन्नदाता है हम। पंजाबी बोलते हैं ये बेटे ऐसी बात है। इस लोगों को कुर्सी पे बैठ जाते हैं क्योंकि मसला हल करना है, वो सही ढंग से करो। इतनी ये बात है, ये सुनो, पढ़े लिखे हैं हम भी, ये पास हैं। ਉਹਨਾਂ ਨੂੰ ਮਸਲਾ ਵੀ ਨਹੀਂ ਸਮਝ ਆਉਂਦਾ, ਉਹਨਾਂ ਨੂੰ ਸਿਰਫ ਆਪਣੇ ਮਤਲਬ ਸਮਝ ਆਉਂਦੇ ਨੇ, ਉਹਨਾਂ ਨੂੰ ਆਪਣੇ ਨੇਚਰ ਸਮਝ ਆਉਂਦੇ ਨੇ। ਸਾਡੀਆਂ ਰੋਟੀਆਂ ਕਿੱਥੇ ਸਿੱਕਦੀਆਂ ਨੇ, ਸਾਡੀਆਂ ਜੇਬਾਂ ਕਿੱਥੋਂ ਭਰਦੀਆਂ ਨੇ, ਵੱਡੇ ਘਰਾਣਿਆਂ ਨੂੰ ਫਾਇਦਾ ਕਿੱਥੋਂ ਪਹੁੰਚਦਾ ਆ। ਕਿਸਾਨ ਜੀਵੇ ਮਰੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਸਿੱਧੀ ਜੀ ਗੱਲ ਇਹ ਕਰੋ 100 ਗੱਲਾਂ ਦੀ, ਉਹ ਮੋਦੀ ਨੂੰ ਕੀ ਕਹਿਣਾ ਚਾਹੁੰਦੇ ਹੋ? ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਸਾਡੇ ਮਸਲੇ ਹੱਲ ਕਰੋ। ਜਿਹੜੇ ਕਿਸਾਨ ਆ ਅਸੀਂ ਰੋਟੀ ਰੋਜੀ ਖਾ ਰਹੇ ਹਾਂ, MSP ਖਤਮ ਕਰੋ। ਬਿਲਕੁਲ ਜੀ, MSP ਦਾ ਮਸਲਾ ਨਾ ਤਾਂ ਪਹਿਲਾਂ ਸੀ ਨਾ ਹੁਣ ਹੈਗਾ ਆ ਇੱਕ ਉਹ ਜਿਹੜੇ ਤਿੰਨੇ ਕਾਨੂੰਨਾਂ ਨੂੰ ਰੱਦ ਕਰ। ਕੋਈ ਨਹੀਂ। ਹਾਂ ਪੁੱਤ ਬੋਲੋ। ਅਸੀਂ ਇਸ ਗੱਲੋਂ ਮੋਦੀ ਸਾਹਿਬ ਜੀ ਦਾ ਧੰਨਵਾਦ ਕਰਦੇ ਹਾਂ ਜੀ। ਅੱਗੇ ਜਿਹੜਾ ਬਿੱਲਾਂ ਕਰਕੇ ਅਸੀਂ ਸਿੱਖ ਮੁਸਲਿਮ ਹਿੰਦੂ ਸਾਰੇ ਇਕੱਠੇ ਹੋ ਗਏ। ਅੱਗੇ ਇਹਨਾਂ ਸਿੱਖ ਮੁਸਲਿਮ ਹਿੰਦੂਆਂ ਨੂੰ ਸਾਨੂੰ ਸਰਕਾਰਾਂ ਲੜਾਉਂਦੀਆਂ ਸੀਗੀਆਂ ਇਹਨਾਂ ਪਿੱਛੇ। ਬਿਲਕੁਲ ਪੁੱਤ, ਹੁਣ ਤਾਂ ਸਾਰੇ ਜਣੇ ਕਹਿਣ ਲੱਗ ਪਏ ਆ ਕਿ ਹੁਣ ਤਾਂ ਮਹਾ ਪੰਜਾਬ ਚਾਹੀਦਾ 1966 ਤੋਂ ਪਹਿਲਾਂ ਵਾਲਾ। ਤੇ ਉਮੀਦ ਇਹੀ ਹੈ ਮੋਰਚਾ ਜਿੱਤਣ ਤੋਂ ਬਾਅਦ ਹੁਣ ਤਾਂ ਹਰਿਆਣੇ ਵਾਲਿਆਂ ਨੇ ਵੀ ਕਹਿਣਾ ਭਾਈ ਸਾਨੂੰ ਬਾੜ ਨਹੀਂ ਚਾਹੀਦੀ, ਤੁਸੀਂ ਸਰਕਾਰੀ ਤੌਰ ਤੇ ਰੱਖਣੀਆਂ ਰੱਖੋ, ਅਸੀਂ ਤਾਂ ਆਪਣੇ ਆਪ ਹੀ ਹੁਣ ਨਜਿੱਠਾਂਗੇ। ਲੜਾ ਕੇ ਉਹ ਵੋਟਾਂ ਲੈਂਦੇ ਰਹੇ ਆ। ਬਿਲਕੁਲ ਹੁਣ ਤੁਸੀਂ ਸੋਚ ਸਕਦੇ ਹੋ ਕਿ ਛੋਟਾ ਜਿਹਾ ਬੱਚਾ ਆ ਜਿਹਨੂੰ ਇੰਨੀ ਪੱਲੇ ਪੈ ਗਈ ਆ 14 ਸਾਲ ਦੀ ਉਮਰ 'ਚ, ਜਿਹੜੀ ਗੱਲ ਸਾਡੇ ਬਾਪੂਆਂ ਦੇ 40 ਸਾਲਾਂ ਦੀ ਉਮਰ ਦੇ ਵਿੱਚ ਵੀ ਪੱਲੇ ਨਹੀਂ ਸੀ ਪਈ, ਕਿ ਧਰਮਾਂ ਤੇ ਗੰਦੀ ਰਾਜਨੀਤੀ ਇਹ ਸਰਕਾਰਾਂ ਕਿੱਦਾਂ ਕਰਦੀਆਂ ਆਈਆਂ ਨੇ, ਕਿੱਦਾਂ ਸਾਨੂੰ ਲੜਾਉਂਦੀਆਂ ਆਈਆਂ ਨੇ, ਕਿੱਦਾਂ ਸਾਡੀਆਂ ਲਾਸ਼ਾਂ ਦਾ ਬਾਲਣ ਆਪਣੀਆਂ ਭੱਠੀਆਂ 'ਚ ਝੋਕਦੀਆਂ ਆਈਆਂ ਨੇ ਤੇ ਆਪਣੀਆਂ ਸਿਆਸੀ ਰੋਟੀਆਂ ਇਹ ਸੇਕਦੀਆਂ ਆਈਆਂ ਨੇ। ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹਿੰਦੂ ਦੀ ਲਾਸ਼ ਲੱਗੀ ਹੈ ਭੱਠੀ 'ਚ, ਮੁਸਲਮਾਨ ਦੀ ਲੱਗੀ ਹੈ, ਸਿੱਖ ਦੀ ਹੈ, ਬੋਧੀ ਦੀ ਹੈ, ਜੈਨੀ ਦੀ ਹੈ, ਈਸਾਈ ਦੀ ਹੈ। ਬਸ ਇਹਨਾਂ ਦੀ ਭੱਠੀ ਮਗੀ ਹੋਣੀ ਚਾਹੀਦੀ ਹੈ, ਅੱਗ ਬਲੀ ਹੋਣੀ ਚਾਹੀਦੀ ਹੈ, ਰੋਟੀ ਸਿੱਖਦੀ ਹੋਣੀ ਚਾਹੀਦੀ ਹੈ, ਕੁਰਸੀਆਂ ਸੱਜੀਆਂ ਹੋਣੀਆਂ ਚਾਹੀਦੀਆਂ ਨੇ। ਪਰ ਇਸ ਵਾਰ ਜੋ ਹਰਕਤ ਕੀਤੀ ਹੈ ਉਹ ਵੱਧ ਤੋਂ ਬੱਤਰ ਕੀਤੀ ਹੈ। ਤੇ ਹੁਣ ਕਿਸਾਨ, ਬੱਚੇ, ਮਜ਼ਦੂਰ
ਨੌਜਵਾਨ, ਮਾਵਾਂ, ਧੀਆਂ, ਭੈਣਾਂ ਸਾਰੀਆਂ ਦਿੱਲੀ ਦੀ ਹਿੱਕ ਤੇ ਆ ਗਈਆਂ ਨੇ ਤੇ ਹੁਣ ਦਿੱਲੀ ਦਾ ਸਾਹ ਹੌਲੀ ਹੌਲੀ ਕਰਕੇ ਘੋਟਣਾ ਆ। ਪੈਰ ਤਾਂ ਧਰ ਚੁੱਕੇ ਆ, ਹੁਣ ਦੇਖਣਾ ਇਹ ਆ ਕਿ ਦਿੱਲੀ ਸਾਹ ਮੁੱਕਣ ਤੋਂ ਪਹਿਲਾਂ ਹੱਥ ਜੋੜ ਕੇ ਮਾਫੀ ਮੰਗ ਲੈਂਦੀ ਹੈ ਜਾਂ ਸਾਹ ਘਟਵਾ ਕੇ ਦਮ ਤੋੜ ਕੇ ਹੀ ਮੁੜ ਸਾਹ ਲੈਂਦੀ ਹੈ। ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨਾ। ਹਾਂ ਪੁੱਤ, ਹੋਰ ਕੁਝ ਆ ਗਿਆ ਜ਼ਿਹਨ 'ਚ ਤੇਰੇ? ਆ ਬੱਚਾ ਅੱਜ ਤੂੰ ਪੁੱਤ ਬੋਲ ਆ ਜੋ ਤੇਰੇ ਦਿਲ 'ਚ। ਅਸੀਂ ਆਪਣੀਆਂ ਜ਼ਮੀਨਾਂ ਲਈ ਆਪਦੀ ਜਾਨ ਵੀ ਕੁਰਬਾਨ ਕਰ ਸਕਦੇ ਹਾਂ। ਆਪਣੀਆਂ ਜ਼ਮੀਨਾਂ ਵਾਸਤੇ ਜਾਨ ਵੀ ਕੁਰਬਾਨ ਕਰ ਸਕਦੇ, ਕਿਉਂਕਿ ਸਾਡੇ ਕੋਲ ਜੇ ਜ਼ਮੀਨਾਂ ਨੇ ਤਾਂ ਨਾਲ ਜ਼ਮੀਰ ਵੀ ਜਿਉਂਦੇ ਨੇ। ਤੁਹਾਡੇ ਵਾਂਗੂ ਨਹੀਂ ਹੈਗੇ ਲੋਕਾਂ ਦੀਆਂ ਮਤਲਬ ਧੀਆਂ ਭੈਣਾਂ ਦਾ ਅਗਰ ਬਲਾਤਕਾਰ ਵੀ ਹੁੰਦੇ ਹੋਣ ਕੁਰਸੀਆਂ 'ਤੇ ਬੈਠ ਕੇ ਤੁਸੀਂ ਉਹਨਾਂ ਨੂੰ ਦੇਖ ਕੇ ਵੀ ਅਣਦੇਖਾ ਕਰ ਦਿਓ, ਕਿਸਾਨਾਂ ਨੂੰ ਮਰਵਾ ਕੇ ਉਹਨਾਂ ਦੀਆਂ ਜ਼ਮੀਨਾਂ 'ਤੇ ਕਬਜ਼ੇ ਕਰ ਦਿਓ ਤੇ ਫਿਰ ਵੀ ਜ਼ਮੀਨਾਂ ਹੋਣ ਦੇ ਬਾਵਜੂਦ ਵੀ ਤੁਹਾਡੇ ਕੋਲ ਜ਼ਮੀਰ ਵੀ ਹੈ ਨਹੀਂ। ਤੁਹਾਨੂੰ ਤਾਂ ਇੰਨਾ ਫਰਕ ਨਹੀਂ ਪੈਂਦਾ। ਜੇ ਤੁਹਾਡੇ ਆਪਣੇ ਕਿਸੇ ਟੱਬਰ ਦੇ ਵਿੱਚ ਮਾੜੀ ਘਟਨਾ ਹੋ ਜਾਵੇ ਨਾ ਤਾਂ ਤੁਸੀਂ ਉੱਥੇ ਨਹੀਂ ਆਪੜਦੇ, ਤੁਸੀਂ ਇਹਨਾਂ ਵਾਸਤੇ ਕਿੱਥੋਂ ਆਪੜੋਗੇ? ਤਾਂ ਹੀ ਇਹ ਅੱਜ ਆਪ ਆਪੜੇ ਨੇ ਤੁਹਾਡੀ ਹਿੱਕ ਦੇ ਉੱਤੇ ਆਪਣੇ ਹੱਕ ਲੈਣ ਵਾਸਤੇ। ਇਸ ਲਈ ਹੱਥ ਬੰਨ੍ਹ ਕੇ ਮੈਂ ਫਿਰ ਤੋਂ ਬੇਨਤੀ ਕਰਦਾ ਹਾਂ ਮੋਦੀ ਲਾਣੇ ਨੂੰ ਕਿ ਸੰਭਲ ਜੋ, ਸਮਝ ਜੋ। ਇਹ ਮੇਰੇ ਕਲਗੀਧਰ ਦੀਆਂ ਉਹ ਔਲਾਦਾਂ ਨੇ ਜਿਨ੍ਹਾਂ ਨੂੰ ਦੇਖ ਕੇ ਉਹਨਾਂ ਨੇ ਕਿਹਾ ਸੀ, ਇਨ ਪੁੱਤਰੋਂ ਕੇ ਸੀਸ ਪਰਿਵਾਰ ਦੀ ਸੁੱਧ ਚਾਰ ਮੂਏ ਤੋਂ ਕਿਆ ਹੁਆ, ਜੀਵਤ ਕਈ ਹਜ਼ਾਰ। ਇਹ ਉਹ ਹਜ਼ਾਰ ਅੱਜ ਲੱਖਾਂ ਦੀ ਤਾਦਾਦ ਤੇ ਦਿੱਲੀ ਦੀ ਹਿੱਕ ਤੇ ਖੜੇ ਆ। ਕਹਿੰਦੇ ਜੱਟ ਦਾ ਵਿਗੜਿਆ ਇੱਕ ਨਹੀਂ ਸਾਂਭਿਆ ਜਾਂਦਾ। ਠੀਕ ਹੈ, ਤੁਸੀਂ ਲੱਖਾਂ ਨਾਲ ਪੰਗਾ ਲੈ ਚੁੱਕੇ ਹੋ। ਗਲਤੀ ਮੰਨ ਲਓ, ਬਿੱਲ ਪਾੜ ਕੇ ਸੁੱਟ ਦਿਓ, ਕਿਸਾਨ ਜਥੇਬੰਦੀਆਂ ਨਾਲ ਹੱਥ ਮਿਲਾ ਲਓ, ਆਪਣੀ ਗਲਤੀ ਦੀ ਮਾਫੀ ਮੰਗੋ, ਮਾਫ ਕਰ ਦੇਣਗੇ। ਸਾਡੇ ਬਜ਼ੁਰਗਾਂ ਦੇ ਜਿਗਰੇ ਬਹੁਤ ਵੱਡੇ ਨੇ, ਤੁਹਾਡੇ ਵਾਂਗੂ ਪੀੜੇ ਨਹੀਂ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨਾ। ਪ੍ਰੋਗਰਾਮ ਚੰਗਾ ਲੱਗਿਆ ਹੋਵੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।